ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੀ, ਸਾਨੂੰ ਸਮਝਾਉਂਦੇ ਵੀ ਜਦੋਂ ਸਾਡੇ ਉੱਤੇ ਮਾਲਕ ਕਿਰਪਾ ਕਰਦੇ, ਸਾਡੇ 'ਤੇ ਦਇਆਵਾਨ ਹੁੰਦੇ, ਫਿਰ ਉਹ ਸਾਨੂੰ ਆਪਣਾ ਜਿਹੜਾ ਨਾਮ ਹੈ ਉਹ ਖੁਦ ਹੀ ਜਪਾਉਂਦੇ, ਆਪ ਕਿਰਪਾ ਕਰਦੇ, ਆਪਾਂ ਤੋਂ ਸਿਮਰਨ ਕਰਾਉਂਦੇ, ਸਤਸੰਗ 'ਚ ਲੈ ਕੇ ਆਉਂਦੇ। ਫਿਰ ਆਪਾਂ ਉਹ ਸ਼ਬਦ ਗੁਰੂ ਦੀ ਅਰਾਧਨਾ ਕਰਕੇ, ਨਾਮ ਦੇ ਨਾਲ ਜੁੜ ਕੇ ਸਦਾ ਸਾਡਾ ਮਨ ਹੈ ਜਿਹੜਾ ਉਹ ਸੁਖੀ ਹੋ ਜਾਂਦਾ ਹੈ। ਕਿਵੇਂ ਸੁੱਖ ਦੀ ਪ੍ਰਾਪਤੀ ਕੀਤੀ? ਜਿਹੜੇ ਗੁਰਮੁਖ ਸੁਖੀ ਹੋਏ ਉਹਨਾਂ ਨੇ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਦੱਸੀ। ਸਤਿਗੁਰੂ ਫਰਮਾਉਂਦੇ, ਗੁਰ ਗੁਰ ਕਰਤ ਸਦਾ ਸੁਖ ਪਾਇਆ, ਦੀਨ ਦਿਆਲ ਭਾਈ ਕਿਰਪਾਲਾ, ਆਪਣਾ ਨਾਮ ਆਪ ਜਪਾਇਆ। ਬਈ ਮਾਲਕ ਪਰਮਾਤਮਾ ਸਾਡੇ ਗਰੀਬਾਂ 'ਤੇ ਦਇਆ ਕਰਨ ਵਾਲਾ, ਜਦੋਂ ਅਸੀਂ ਫਿਰ ਸਿਮਰਨ ਕਰਦੇ ਹਾਂ ਉਹ ਆਪ ਹੀ ਕਰਾਉਂਦੇ, ਆਪਣਾ ਨਾਮ ਆਪ ਹੀ ਜਪਾਉਂਦੇ। ਇਹ ਸਾਡਾ ਜਿਹੜਾ ਮਨ ਹੈ ਇਹ ਸਦਾ ਲਈ ਫਿਰ ਸੁਖੀ ਹੋ ਜਾਂਦਾ ਜਦੋਂ ਅਸੀਂ ਸਿਮਰਨ ਕਰਾਂਗੇ, ਪਰਮਾਤਮਾ ਦੇ ਨਾਮ ਦੇ ਨਾਲ ਜੁੜਾਂਗੇ। ਜਿਹੜੇ ਵੀ ਗੁਰਮੁਖ ਸੁਖੀ ਹੋਏ ਉਹਨਾਂ ਨੇ ਫਿਰ ਆਪਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਅਸੀਂ ਸੁਖੀ ਹੋਏ ਹਾਂ, ਅਸੀਂ ਸਿਮਰਨ ਕਰਕੇ ਸੁਖੀ ਹੋਏ। ਸਤਿਗੁਰੂ ਫਰਮਾਉਂਦੇ, ਸਿਮਰ 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 ਸੁਖ ਪਾਇਆ। ਬਈ ਸਿਮਰਨ ਕੀਤਾ ਅਤੇ ਮਨ ਸੀ ਜਿਹੜਾ ਉਹ ਸੁਖੀ ਹੋ ਗਿਆ। ਜਿਹੜਾ ਸਾਡੇ ਅੰਦਰ ਪਹਿਲਾਂ ਕਲਾ ਕਲੇਸ਼ ਸੀ, ਜਿਹੜਾ ਸਾਡੇ ਮਨ 'ਚ ਕਲੇਸ਼ ਸੀ, ਸਾਡੇ ਤਨ 'ਚ ਕਲੇਸ਼ ਸੀ, ਸਾਡੇ ਪਰਿਵਾਰ 'ਚ ਕਲੇਸ਼ ਸੀ, ਉਸ ਕਲੇਸ਼ ਨੂੰ ਅਸੀਂ ਇਹ ਸਿਮਰਨ ਕਰਕੇ ਖਤਮ ਕਰ ਸਕਦੇ ਹਾਂ ਅਤੇ ਸਦਾ ਲਈ ਸੁਖੀ ਹੋ ਸਕਦੇ। ਸਤਿਗੁਰੂ ਸਾਨੂੰ ਸਮਝਾਉਂਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਅੰਨ ਮਾਹੀ ਮਟਾਵੋ। ਹੁਣ ਸਾਡੇ ਅੰਦਰ ਕਲੇਸ਼ ਕਾਹਦਾ ਹੈ? ਇਹਨਾਂ ਵਿਚਾਰਾਂ ਦਾ, ਹੁਰਨਿਆਂ ਦਾ।
ਦੁਬਦਾ ਦਾ, ਵੈਰ ਵਿਰੋਧ ਦਾ, ਸੈਂਸੇ ਫਿਕਰਾਂ ਦਾ, ਚਿੰਤਾਵਾਂ ਦਾ, ਈਰਖਾ ਦਾ, ਨਫ਼ਰਤ ਦਾ, ਇਹ ਸਭ ਸਾਡੇ ਅੰਦਰ ਕਲੇਸ਼ ਹੈ। ਇਹ ਦਿਨ ਰਾਤ ਕਲੇਸ਼ ਪਿਆ ਹੀ ਰਹਿੰਦਾ ਵਿਚਾਰਾਂ 'ਚ। ਜਿਹੜੇ ਜੀਵ ਸਿਮਰਨ ਨਹੀਂ ਕਰਦੇ, ਸਾਧ ਸੰਗਤ ਨਹੀਂ ਕਰਦੇ, ਉਹਨਾਂ ਦੇ ਅੰਦਰ ਹੀ ਸਦਾ ਹੀ ਕਲੇਸ਼ ਰਹਿੰਦਾ, ਕਿਉਂਕਿ ਉਹ ਵਿਚਾਰਾਂ 'ਚ ਰਹਿੰਦੇ, ਭਰਮ 'ਚ ਰਹਿੰਦੇ। ਇਸ ਵਾਸਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸੁੱਖ ਨਹੀਂ ਮਿਲਦਾ, ਕਿਉਂਕਿ ਵਿਚਾਰਾਂ 'ਚ ਦੁੱਖ, ਵਿਚਾਰਾਂ ਦਾ ਹੀ ਇਹ ਗਲਾ ਕਲੇਸ਼ ਭਰਮ ਹੈ। ਸਤਿਗੁਰੂ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਅਸੀਂ ਹੁਣ ਸਿਮਰਨ ਕਰੀਏ, ਫਿਰ ਅਸੀਂ ਇਹ ਕਲਾ ਕਲੇਸ਼ ਤੋਂ ਉੱਪਰ ਉੱਠ ਸਕਦੇ ਹਾਂ ਅਤੇ ਅਸੀਂ ਸੁਖੀ ਹੋ ਸਕਦੇ। ਭਾਈਆਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਿਮਰਨ ਕਰੋ ਅਤੇ ਨਿੱਤ ਕਰੋ, ਰੋਜ਼ ਕਰੋ। ਸਤਿਗੁਰੂ ਕਹਿੰਦੇ ਨਿੱਤ ਜਪੀਏ ਸਾਸ ਗਿਰਾਸ ਨਾਉ ਪਰਵਤਿਗਾਰ ਦਾ। ਬਈ ਨਿੱਤ ਜਪੋ, ਸਾਸ ਗਿਰਾਸ ਜਪੋ। ਜਿਵੇਂ ਹੁਣ ਆਮ ਜੀਵ ਕਹਿ ਦਿੰਦੇ ਵੀ ਕਿੰਨਾ ਕੁ ਸਮਾਂ ਸਿਮਰਨ ਕਰੀਏ ਜੀ, ਕਿੰਨਾ ਕੁ ਸਮਾਂ ਅਸੀਂ ਸਵੇਰੇ ਕਰੀਏ, ਕਿੰਨਾ ਕੁ ਸਮਾਂ ਰਾਤ ਨੂੰ ਕਰੀਏ, ਕਿੰਨਾ ਕੁ ਸਾਨੂੰ ਟਾਈਮ ਕੱਢਣਾ ਚਾਹੀਦਾ ਇਹਦੇ ਵਾਸਤੇ। ਸਤਿਗੁਰੂ ਤਾਂ ਆਪਾਂ ਨੂੰ ਸਮਝਾਉਂਦੇ ਬਈ ਸਾਡੀ ਬਹਿਣੀ ਉੱਠਣੀ, ਸਾਡਾ ਕੰਮਕਾਰ ਕਰਨਾ, ਸਭ ਦੇ ਨਾਲ ਸਾਡਾ ਸਿਮਰਨ ਹੋਣਾ ਚਾਹੀਦਾ। ਬਈ ਅਸੀਂ ਕੋਈ ਵੀ ਕੰਮਕਾਰ ਕਰਦੇ ਹਾਂ ਹੱਥਾਂ ਪੈਰਾਂ ਨਾਲ ਕਰਦੇ, ਮੁੱਖ ਸਾਡਾ ਵਿਹਲਾ ਹੈ, ਮੁੱਖ ਦੁਆਰਾ ਅਸੀਂ ਸਿਮਰਨ ਕਰ ਸਕਦੇ। ਜਿਵੇਂ ਹੁਣ ਆਪਾਂ ਸੰਸਾਰ ਦੀਆਂ ਹੋਰ ਵੀ ਤਾਂ ਗੱਲਾਂ ਕਰਦੇ ਹੀ ਹਾਂ, ਇਹ ਤਾਂ ਨਹੀਂ ਵੀ ਅਸੀਂ ਕੰਮ ਕਰਦੇ ਬੋਲਦੇ ਹੀ ਨਹੀਂ ਕਿਸੇ ਨਾਲ, ਨਾਲੇ ਕੰਮ ਵੀ ਕਰੀ ਜਾਂਦੇ ਨਾਲੇ ਬੋਲੀ ਵੀ ਜਾਂਦੇ। ਆਪਾਂ ਨੂੰ ਕਹਿੰਦੇ ਵੀ ਤੁਸੀਂ ਉਹ ਗੱਲਾਂ ਨਾ ਕਰੋ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈ, ਸੰਸਾਰ ਦੀਆਂ, ਦੂਜੇ ਦੀ ਗੱਲ ਨਾ ਕਰੋ। ਦੂਜਾ ਕੀ ਵੀ ਕਿਸੇ ਹੋਰ ਦੀ। ਹੁਣ ਆਮ ਜੀਵ ਕੀ ਹੈ, ਉਹ ਆਪਦੀ ਗੱਲ ਤਾਂ ਕਦੇ ਕਰਦਾ ਕੋਈ ਨਹੀਂ ਹੈ, ਉਹ ਦੂਜੇ ਦੀਆਂ ਗੱਲਾਂ ਕਰਦਾ। ਕੌਣ ਕੀ ਕਰ ਰਹੇ ਹੈ, ਕਿਹਦੇ ਘਰੇ ਕੀ ਹੋ ਰਿਹਾ ਹੈ। ਹੁਣ ਇਹ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ, ਇਹਨਾਂ ਨੂੰ ਕਹਿੰਦੇ ਗੁਰਬਾਣੀ ਗੁਰੂ ਵਿੱਚ ਵੀ ਅੱਲ ਬਲੱਲੀਆਂ ਗੱਲਾਂ ਮਾਰਨੀਆਂ, ਵੀ ਜਿਹੜੀਆਂ ਸਾਡੇ ਕਿਸੇ ਕੰਮ ਆਉਣ ਵਾਲੀਆਂ ਨਹੀਂ ਹੈ, ਜਿਨ੍ਹਾਂ ਦੇ ਨਾਲ ਸਾਡੇ ਮਨ 'ਤੇ ਮੈਲ ਲੱਗਦੀ, ਜਿਹੜੀਆਂ ਕਰਨ ਦੇ ਨਾਲ ਗੱਲਾਂ ਸਾਡਾ ਸਮਾਂ ਵਿਅਰਥ ਚਲਾ ਜਾਂਦਾ ਹੈ, ਸਾਡੇ ਸਵਾਸਾਂ ਦਾ ਧਨ ਵਿਅਰਥ ਖਰਚ ਹੋ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਗੱਲ ਹੀ ਅੱਲ ਪਲੱਲੀਆਂ ਕੰਮ ਨਾ ਆਵੀ ਮਿੱਤ। ਵੀ ਇਹ ਗੱਲਾਂ ਸੰਸਾਰ ਦੀਆਂ ਜਿਹੜੀਆਂ ਜੀਵ ਕਰਦੇ ਉਹ ਸਾਡੇ ਕਿਸੇ ਕੰਮ ਆਉਣ ਵਾਲੀਆਂ। ਅਸੀਂ ਕਿੰਨੀਆਂ ਵੀ ਗੱਲਾਂ ਕਰ ਲਈਏ, ਉਹਦੇ ਨਾਲ ਸਾਡੇ ਮਨ 'ਤੇ ਮੈਲ ਲੱਗਣੀ, ਸਾਡੇ ਮਨ ਤੋਂ ਮੈਲ ਲੈਣੀ ਨਹੀਂ। ਭਾਈਆਂ ਮਹਾਰਾਜ ਸਾਨੂੰ ਕਹਿੰਦੇ ਵੀ ਤੁਸੀਂ ਸਿਮਰਨ ਕਰੋ, ਉਹੀਓ ਹੱਥਾਂ ਪੈਰਾਂ ਨਾਲ ਕੰਮ ਕਰੋ, ਮੁੱਖ ਦੁਆਰਾ ਨਾਲ ਨਾਲ ਸਿਮਰਨ ਕੀਤੀ ਜਾਓ। ਵੀ ਇਹ ਸੁਭਾਅ ਬਣਾ ਲਓ ਆਪ। ਜਿਵੇਂ ਹੁਣ ਸਾਡੇ ਮਨ ਦਾ ਸੁਭਾਅ ਬਣ ਗਿਆ ਸੰਸਾਰ ਦੀਆਂ ਗੱਲਾਂ ਕਰਨ, ਗੱਲਾਂ ਤੋਂ ਬਿਨਾਂ ਇਹ ਰਹਿ ਨਹੀਂ ਸਕਦਾ, ਸੁਣਨ ਤੋਂ ਬਿਨਾਂ ਇਹ ਰਹਿ ਨਹੀਂ ਸਕਦਾ। ਭਾਈਓ ਆਪਾਂ ਦੇਖਦੇ ਨਾ, ਕਈ ਵਾਰ ਜੀਵ ਕਹਿੰਦਾ ਘਰੇ ਮੇਰਾ ਜੀਅ ਨਹੀਂ ਲੱਗਦਾ, ਮੈਂ ਬਾਹਰ ਜਾਵਾਂ, ਕੋਈ ਗੱਲਾਂ ਸੁਣ ਕੇ ਆਵਾਂ ਕਿਸੇ ਤੋਂ, ਜਾਂ ਕਿਸੇ ਨਾਲ ਕਰਕੇ ਆਵਾਂ, ਜਾਂ ਕਿਸੇ ਤੋਂ ਸੁਣ ਕੇ ਆਵਾਂ ਕੁਛ ਨਾ ਕੁਛ। ਉਹ ਕੀ ਹੈ ਵੀ ਅਸੀਂ ਆਦੀ ਹੋ ਗਏ, ਅਸੀਂ ਰਹਿ ਨਹੀਂ ਸਕਦੇ ਗੱਲਾਂ ਸੁਣਨ ਤੋਂ ਬਿਨਾਂ, ਗੱਲਾਂ ਕਰਨ ਤੋਂ ਬਿਨਾਂ। ਅਤੇ ਉਹ ਮੈਲ ਹੈ। ਜਦੋਂ ਅਸੀਂ ਕਿਸੇ ਦੀ ਗੱਲ ਕਰਾਂਗੇ ਹੋਰ ਦੀ, ਜਾਂ ਤਾਂ ਅਸੀਂ ਉਹਦੀ ਉਸਤਤ ਕਰਾਂਗੇ ਵੀ ਬੜਾ ਚੰਗਾ ਹੈ ਜੀ, ਬੜਾ ਵਧੀਆ ਹੈ ਜੀ, ਅਤੇ ਜੇ ਵਿਚਾਰ ਨਹੀਂ ਮਿਲਦੇ ਉਹਦੀ ਅਸੀਂ ਨਿੰਦਿਆ ਕਰਾਂਗੇ, ਬੜਾ ਮਾੜਾ ਹੈ ਜੀ, ਉਹ ਤਾਂ ਹੀ ਕਰਦਾ, ਉਹ ਤਾਂ ਜਿਉਂ ਕਰਦਾ। ਹੁਣ ਇਹ ਦੋਵੇਂ ਹੀ ਸਾਡੇ ਮਨ 'ਤੇ ਮੈਲ ਲਾਉਂਦੇ, ਚਾਹੇ ਅਸੀਂ ਕਿਸੇ ਦੀ ਉਸਤਤ ਕਰਦੇ ਹਾਂ ਉਹ ਵੀ ਸਾਡੇ 'ਤੇ ਮੈਲ ਲੱਗਦੀ ਹੈ, ਚਾਹੇ ਅਸੀਂ ਕਿਸੇ ਦੀ ਬੁਰਾਈ ਕਰਦੇ ਹਾਂ ਉਹ ਵੀ ਸਾਡੇ 'ਤੇ ਮੈਲ ਲੱਗਦੀ। ਸੰਸਾਰ ਦੇ ਵਿੱਚ ਜੀਵਾਂ ਕੋਲ ਦੋ ਹੀ ਗੱਲਾਂ,
ਜਦੋਂ ਇਕੱਠੇ ਬੈਠਣਗੇ ਕਿਤੇ 2-4 ਜੀਵ ਹੋ ਕੇ, ਜਾਂ ਤਾਂ ਕਿਸੇ ਦੀ ਬੁਰਾਈ ਕਰਨਗੇ ਅਤੇ ਜਾਂ ਕਿਸੇ ਦੀ ਵਡਿਆਈ ਕਰਨਗੇ, ਕਿਸੇ ਦੀ ਉਸਤਤ ਕਰਨਗੇ। ਅਤੇ ਆਪਾਂ ਨੂੰ ਸਤਿਗੁਰਾਂ ਨੇ ਦੱਸਿਆ ਬਈ ਬੁਰਾਈ ਅਸੀਂ ਕਰਨੀ ਕਿਸੇ ਦੀ, ਨਿੰਦਾ ਭਲੀ ਜਿਹੜੀ ਉਹ ਕਿਸੇ ਦੀ ਵੀ ਨਹੀਂ, ਸਭ ਦੀ ਮਾੜੀ ਹੈ। ਅਤੇ ਜਿਹੜੀ ਉਸਤਤ ਹੈ, ਵਡਿਆਈ, ਉਹ ਅਸੀਂ ਪਰਮਾਤਮਾ ਦੀ ਕਰਨੀ। ਨਿਰੰਕਾਰ ਦੀ ਜਿਹੜਾ ਉਸਤਤ ਯੋਗ ਹੈ, ਜਿਹੜਾ ਵਡਿਆਈ ਯੋਗ ਹੈ, ਜਿਹੜਾ ਸਾਡੀ ਸਾਰਿਆਂ ਦੀ ਪਾਲਣਾ ਪੋਸ਼ਣਾ ਕਰ ਰਿਹਾ, ਜਿਹਦੇ ਵਿੱਚ ਸਾਰੇ ਗੁਣ ਨੇ। ਇਸ ਲਈ ਆਪਾਂ ਨੂੰ ਕਹਿੰਦੇ ਵੀ ਜੇ ਉਸਤਤ ਕਰਨੀ ਤਾਂ ਨਿਰੰਕਾਰ ਦੀ ਕਰ। ਉਸਤਤ ਮਨ ਮੇ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਹਾਰ। ਵੀ ਇੱਦਾਂ ਦਾ ਵਿਹਾਰ ਬਣਾ, ਇੱਦਾਂ ਦਾ ਸੁਭਾਅ ਬਣਾ ਬਈ ਜਿੱਥੇ ਵੀ ਤੂੰ ਬਹਿਣਾ ਉੱਠਦਾ ਨਿਰੰਕਾਰ ਦੀ ਉਸਤਤ ਕਰ, ਵਡਿਆਈ ਕਰ, ਉਹਦਾ ਸਿਮਰਨ ਕਰ, ਉਹਦੀ ਵਿਚਾਰ ਕਰ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜੇ ਭਗਤ ਨੇ ਪਰਮਾਤਮਾ ਦੇ, ਉਹ ਫਿਰ ਜਿੱਥੇ ਵੀ ਜਾਂਦੇ ਉਹ ਮਾਲਕ ਦੀ ਉਸਤਤ ਕਰਦੇ, ਵਡਿਆਈ ਕਰਦੇ, ਉਹ ਕਿਤੇ ਵੀ ਚਲੇ ਜਾਣ। ਮਹਾਰਾਜ ਕਹਿੰਦੇ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣ, ਸਗਲੇ ਹੋਏ ਸੁੱਖ ਹਰ ਨਾਮ ਧਿਆਵਣ। ਜੀ ਕਰਨ ਜੈਕਾਰ ਨਿੰਦਕ ਮੁਗੇ ਪਚ, ਨਾਨਕ ਮਨ ਆਨੰਦ ਹਰ ਨਾਮ ਜਪ। ਬਈ ਜਿੱਥੇ ਵੀ ਭਗਤ ਜਾਂਦੇ ਉਹ ਆਪ ਵੀ ਸਿਮਰਨ ਕਰਦੇ ਅਤੇ ਹੋਰਾਂ ਨੂੰ ਵੀ ਕਰਾਉਂਦੇ ਵੀ ਆਓ ਬੈਠ ਕੇ ਸਿਮਰਨ ਕਰੀਏ, ਮਾਲਕ ਦੀਆਂ ਵਡਿਆਈਆਂ ਕਰੀਏ, ਉਹਦੀ ਸ਼ੋਭਾ ਕਰੀਏ। ਇਹ ਜਿਹੜੇ ਨਿੰਦਕ ਜੀਵ, ਉਹਨਾਂ ਨੂੰ ਇਹ ਵਡਿਆਈ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਸਿਮਰਨ ਨਹੀਂ ਚੰਗਾ ਲੱਗਦਾ, ਉਹਨਾਂ ਨੂੰ ਮਾਲਕ ਦੀ ਵਿਚਾਰ ਨਹੀਂ ਚੰਗੀ ਲੱਗਦੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਉਹ ਜਿਹੜੇ ਨਿੰਦਕ, ਉਹ ਫਿਰ ਦੁਖੀ ਹੁੰਦੇ। ਨਿੰਦਕ ਮੁਗੇ ਪਚ, ਵੀ ਉਹਨਾਂ ਦਾ ਮਨ ਅਸ਼ਾਂਤ ਹੈ, ਉਹਨਾਂ ਦਾ ਮਨ ਦੁਖੀ ਹੈ। ਅਤੇ ਜਿਹੜੇ ਗੁਰਮੁਖ ਉਹ ਸਿਮਰਨ ਕਰ ਕਰਕੇ, ਮਾਲਕ ਦੀ ਵਡਿਆਈ ਕਰ ਕਰਕੇ ਆਨੰਦ ਲੈਂਦੇ, ਸੁੱਖ ਲੈਂਦੇ। ਨਾਨਕ ਮਨ ਆਨੰਦ ਹਰ ਨਾਮ ਜਪ, ਵੀ ਨਾਮ ਜਪ ਜਪ ਕੇ ਉਹ ਸੁਖੀ ਨੇ, ਆਨੰਦ ਨੇ। ਇਸ ਲਈ ਫਿਰ ਕਹਿੰਦੇ ਵੀ ਇੱਦਾਂ ਦਾ ਸੁਭਾਅ ਬਣਾਓ, ਇੱਦਾਂ ਦਾ ਵਿਹਾਰ ਬਣਾਓ, ਵੀ ਮਨ ਦਾ ਸੁਭਾਅ ਹੋ ਜੇ ਵੀ ਜਦੋਂ ਅਸੀਂ ਜੋ ਵੀ ਕਰਮ ਕਰੀਏ ਸਾਨੂੰ ਸਿਮਰਨ ਨਾ ਭੁੱਲੇ, ਸਿਮਰਨ ਸਾਡਾ ਨਾਲ ਦੀ ਨਾਲ ਚੱਲੀ ਜਾਵੇ। ਬਹਿੰਦੇ ਹਾਂ, ਉੱਠਦੇ ਹਾਂ, ਕੰਮ ਕਾਰ ਕਰਦੇ ਹਾਂ, ਚੱਲਦੇ ਹਾਂ, ਫਿਰਦੇ ਹਾਂ, ਸੌਂਦੇ ਹਾਂ, ਜਾਗਦੇ ਹਾਂ। ਇਹ ਸਤਿਗੁਰੂ ਕਹਿੰਦੇ ਵੀ ਸਿਮਰਨ ਦ੍ਰਿੜ ਕਰ। ਮਹਾਰਾਜ ਕਹਿੰਦੇ ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ। ਬਈ ਸਦਾ ਹੀ ਧਿਆ, ਸਾਸ ਗਿਰਾਸ ਧਿਆ, ਅਤੇ ਦਿਨ ਰਾਤ ਧਿਆ। ਵੀ ਇਹਦੇ ਵਿੱਚ ਢਿੱਲ ਨਾ ਕਰੋ, ਇਹਦੇ ਵਿੱਚ ਆਲਸ ਨਾ ਕਰੋ, ਧਿਆਉਣ ਲੱਗੇ, ਸਿਮਰਨ ਕਰਨ ਲੱਗੇ। ਮਹਾਰਾਜ ਕਹਿੰਦੇ ਦਿਨ ਸਰਾਧ ਅਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਬਈ ਇਹਦੇ ਵਿੱਚ ਢਿੱਲ ਨਹੀਂ ਵਰਤਣੀ, ਇਹਦੇ ਵਿੱਚ ਆਲਸ ਨਹੀਂ ਕਰਨੀ। ਜਦੋਂ ਅਸੀਂ ਢਿੱਲ ਨਹੀਂ ਵਰਤਾਂਗੇ, ਆਲਸ ਨਹੀਂ ਕਰਾਂਗੇ, ਸਾਡੇ ਹਿਰਦੇ 'ਚ ਵਸ ਜੇਗਾ। ਜਦੋਂ ਸਾਨੂੰ ਪੂਰਨ ਤੌਰ 'ਤੇ ਦ੍ਰਿੜ ਹੋ ਗਏ ਅਤੇ ਫਿਰ ਸਾਨੂੰ ਬੋਲਣ ਦੀ ਵੀ ਲੋੜ ਨਹੀਂ, ਸਾਡੇ ਸਹਿਜ ਸੁਭਾਈ ਚੱਲੀ ਜਾਂਦੀ। ਜਿਵੇਂ ਹੁਣ ਇਹ ਵਿਚਾਰ ਨੇ, ਫੁਰ ਨੇ, ਇਹਨਾਂ ਨੂੰ ਅਵਰ ਕਾਜ ਕਹਿੰਦੇ। ਹੁਣ ਇਹ ਅਵਰ ਕਾਜ ਕਰਨ ਲਈ ਸਾਨੂੰ ਮਿਹਨਤ ਨਹੀਂ ਕਰਨੀ ਪੈਂਦੀ। ਇਹ ਅਵਰ ਕਾਜ ਅਸੀਂ ਆਪਦੇ ਆਪ ਹੀ ਕੀਤੀ ਜਾ ਰਹੇ ਹਾਂ, ਆਪਦੇ ਆਪ ਹੀ ਚੱਲੀ ਜਾ ਰਹੇ। ਮਨ ਦੇ ਵਿੱਚ ਵਿਚਾਰ ਫੁਰਨੇ, ਚਾਹੇ ਆਪਾਂ ਕੰਮ ਕਰਦੇ ਹਾਂ ਕੋਈ, ਅਤੇ ਚਾਹੇ ਅਸੀਂ ਕਰਮ ਤੋਂ ਵਿਹਲੇ ਹੋ ਗਏ ਹਾਂ, ਪਰ ਸਾਡਾ ਮਨ ਨਹੀਂ ਵਿਹਲਾ ਰਹਿੰਦਾ। ਸਰੀਰ ਕਰਕੇ ਆਪਾਂ ਬੈਠ ਗਏ ਹਾਂ, ਮਨ ਨਹੀਂ ਬੈਠਦਾ। ਮਨ ਦੇ ਵਿੱਚ ਕੋਈ ਨਾ ਕੋਈ ਵਿਚਾਰ, ਕੋਈ ਨਾ ਕੋਈ ਫੁਰਨੇ, ਉਹ ਚੱਲੀ ਜਾਂਦੀ। ਚਾਹੇ ਉਹ ਵਿਚਾਰ ਰਜੋ ਗੁਣੀ ਨੇ, ਚਾਹੇ ਤਮੋ ਗੁਣੀ ਨੇ, ਚਾਹੇ ਸਤੋ ਗੁਣੀ ਨੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਵੇਂ ਇਹ ਤੁਸੀਂ ਅਵਰ ਕਾਜ ਕਰਦੇ ਹੋ, ਦਿਨ ਰਾਤ ਕਰਦੇ ਹੋ, ਇਹਨਾਂ ਨੂੰ ਹੁਣ ਅਸੀਂ ਦ੍ਰਿੜ ਕੀਤਾ।
ਇਹ ਅਵਰਕਾਜ ਜਿਹੜੇ ਵਿਚਾਰ ਇਹਨਾਂ ਨੂੰ ਅਸੀਂ ਪੂਰਾ ਦ੍ਰਿੜ ਕਰ ਲਿਆ। ਇਹ ਸਾਡੇ ਅੰਦਰ ਇੰਨੇ ਦ੍ਰਿੜ ਹੋ ਗਏ, ਸਾਨੂੰ ਇਹਦੇ ਵਾਸਤੇ ਮਿਹਨਤ ਕਰਨ ਦੀ ਲੋੜ ਹੀ ਨਹੀਂ ਪੈਂਦੀ। ਜਿਉਂ ਹੀ ਅੱਖ ਖੁੱਲ੍ਹਦੀ ਸਵੇਰ ਨੂੰ ਇਹ ਵਿਚਾਰ ਚੱਲਣੇ ਸ਼ੁਰੂ ਹੋ ਜਾਂਦੇ। ਹੁਣ ਆਪਾਂ ਵਿਚਾਰ ਲੈਣ ਲਈ, ਫੁਰਨੇ ਲੈਣ ਲਈ ਕੋਈ ਮਿਹਨਤ ਥੋੜ੍ਹੀ ਕਰਦੇ, ਕਿਉਂਕਿ ਉਹ ਸਾਡੇ ਅੰਦਰ ਵਸੇ ਹੋਏ ਨੇ। ਚਾਹੇ ਆਪਾਂ ਮੁੱਖ ਤੋਂ ਨਹੀਂ ਵੀ ਬੋਲਦੇ, ਜਿਵੇਂ ਸਵੇਰੇ ਜੀਵ ਦਾ ਬੋਲਣ ਨੂੰ ਚਿੱਤ ਨਹੀਂ ਕਰਦਾ, ਬੋਲਦਾ ਨਹੀਂ, ਪਰ ਵਿਚਾਰ ਉਹਦੇ ਅੰਦਰ ਫਿਰ ਵੀ ਚੱਲਦੇ, ਫੁਰਨੇ ਉਹਦੇ ਅੰਦਰ ਫਿਰ ਵੀ ਚੱਲੀ ਜਾ ਰਹੇ ਲਗਾਤਾਰ। ਹੁਣ ਸਤਿਗੁਰੂ ਕਹਿੰਦੇ ਵੀ ਜਿਵੇਂ ਸਾਡੇ ਅੰਦਰ ਇਹ ਫੁਰਨੇ ਚੱਲਦੇ, ਚਾਹੇ ਅਸੀਂ ਕੰਮ ਕਾਰ ਕਰਦੇ ਹਾਂ ਤਾਂ ਵੀ ਚੱਲੀ ਜਾ ਰਹੇ, ਚਾਹੇ ਅਸੀਂ ਵਿਹਲੇ ਬੈਠੇ ਹਾਂ ਤਾਂ ਵੀ ਚੱਲੀ ਜਾ ਰਹੇ। ਹੁਣ ਸਤਿਗੁਰੂ ਕਹਿੰਦੇ ਜਿਵੇਂ ਇਹ ਵਿਚਾਰ ਚੱਲਦੇ, ਇਸੇ ਤਰ੍ਹਾਂ ਹੀ ਸਾਡੇ ਅੰਦਰ ਹੀ ਸਿਮਰਨ ਚੱਲਣਾ ਚਾਹੀਦਾ, ਅਭਿਆਸ ਚੱਲਣਾ ਚਾਹੀਦਾ। ਚਾਹੇ ਆਪਾਂ ਮੁੱਖ ਤੋਂ ਨਾ ਵੀ ਬੋਲੀਏ, ਜੇ ਸਾਡੇ ਅੰਦਰ ਵਸਿਆ ਹੋਏਗਾ ਤੇ ਸਾਡੇ ਅੰਦਰ ਸਹਿਜ ਸੁਭਾਈ ਚੱਲੀ ਜਾਣਾ। ਹੁਣ ਇਹਨੂੰ ਵਸਾਉਣ ਵਾਸਤੇ ਹਿਰਦੇ 'ਚ ਸਾਨੂੰ ਮਿਹਨਤ ਕਰਨੀ ਪੈਂਦੀ। ਜਿਵੇਂ ਵਿਚਾਰ ਫੁਰਨੇ ਅਸੀਂ ਦ੍ਰਿੜ ਕੀਤੇ, ਦਿਨ ਰਾਤ ਅਸੀਂ ਲੱਗੇ ਰਹੇ ਮਿਹਨਤ ਕਰਨ, ਇਹ ਵਿਚਾਰ ਫੁਰਨੇ ਲੈਣ ਅਤੇ ਉਹ ਹੁਣ ਸਾਡੇ ਅੰਦਰ ਪਰਪੱਕ ਹੋ ਗਏ, ਸਾਡੇ ਅੰਦਰ ਵਸ ਗਈ, ਅਤੇ ਹੁਣ ਸਾਨੂੰ ਮਿਹਨਤ ਨਹੀਂ ਕਰਨੀ ਪੈਂਦੀ ਉਹਦੇ ਵਾਸਤੇ, ਉਹ ਆਪਦੇ ਆਪ ਹੀ ਚੱਲੀ ਜਾਂਦੀ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਗੁਰਮੰਤਰ ਨੂੰ ਦ੍ਰਿੜ ਕਰ, ਬਹਿੰਦੇ ਉੱਠਦੇ, ਕੰਮ ਕਾਰ ਕਰਦੇ, ਚੱਲਦੇ ਫਿਰਦੇ, ਸੌਂਦੇ ਜਾਗਦੇ, ਬਈ ਇਹ ਸਿਮਰਨ ਹੈ ਜਿਹੜਾ ਸਾਨੂੰ ਇਹ ਭੁੱਲੇ ਨਾ, ਸਾਨੂੰ ਇਹ ਨਾ ਵਿਸਰੇ। ਮਾਰੇ ਕਹਿੰਦੇ ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਬਈ ਸਾਨੂੰ ਇੱਕ ਪਰਮਾਤਮਾ ਵਾਹਿਗੁਰੂ ਨਾ ਵਿਸਰੇ, ਹੋਰ ਚਾਹੇ ਸਾਨੂੰ ਸਾਰਾ ਕੁਛ ਭੁੱਲ ਜੇ, ਸਾਰੀ ਦੁਨੀਆ ਭੁੱਲ ਜੇ ਸਾਨੂੰ, ਪਰ ਪਰਮਾਤਮਾ ਨਾ ਭੁੱਲੇ। ਹੁਣ ਸਾਨੂੰ ਕੀ ਹੈ, ਸਾਨੂੰ ਸਾਰੀ ਦੁਨੀਆ ਤਾਂ ਚੇਤੇ, ਪਰ ਸਾਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ, ਉਹ ਸਾਡੇ ਚਿੱਤ 'ਚ ਵੱਸਦਾ ਨਹੀਂ, ਸਾਡੇ ਹਿਰਦੇ 'ਚ ਵੱਸਦਾ ਨਹੀਂ। ਇਹ ਉਹ ਨਹੀਂ ਵੱਸਦਾ ਕਿਉਂਕਿ ਜਿੱਥੇ ਉਹਨੇ ਵੱਸਣਾ ਉੱਥੇ ਮਾਇਆ ਵਸੀ ਹੋਈ ਹੈ, ਉੱਥੇ ਵਿਚਾਰ ਚੱਲਦੇ ਨੇ, ਉੱਥੇ ਫੁਰਨੇ ਚੱਲਦੇ ਨੇ। ਔਰ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਵੇਂ ਗੁਰਮੁਖ ਕਹਿੰਦੇ ਵੀ ਕਿੰਨਾ ਕੁ ਸਮਾਂ ਸਿਮਰਨ ਕਰੀਏ ਜੀ, ਕਿੰਨਾ ਕੁ ਸਮਾਂ ਸਵੇਰੇ ਕਰੀਏ, ਕਿੰਨਾ ਕੁ ਸਮਾਂ ਸ਼ਾਮ ਨੂੰ ਜਾਂ ਦੁਪਹਿਰੇ ਕਰੀਏ, ਕਿੰਨਾ ਕੁ ਟਾਈਮ ਕੱਢਿਆ ਜਾਵੇ। ਹੁਣ ਆਪਾਂ ਨੂੰ ਗੁਰਮਤਿ ਦੇ ਵਿੱਚ ਸਮਝਾਇਆ ਹੈ ਬਈ ਹਰ ਇੱਕ ਸਵਾਸ ਦੇ ਨਾਲ ਕਰੋ। ਬਈ ਜ਼ਰੂਰੀ ਨਹੀਂ ਅਸੀਂ ਵਿਹਲੇ ਬੈਠ ਕੇ ਹੀ ਕਰਨਾ, ਵੀ ਅਸੀਂ ਕੰਮ ਕਾਰ ਤੋਂ ਵਿਹਲੇ ਹੋਵਾਂਗੇ ਫਿਰ ਹੀ ਅਸੀਂ ਸਿਮਰਨ ਕਰਾਂਗੇ। ਵਿਹਲੇ ਬਹਿ ਕੇ ਤਾਂ ਚਲੋ ਜੇ ਸਾਡਾ ਸਮਾਂ ਲੱਗਦਾ ਅਸੀਂ ਬਹਿ ਕੇ ਕਰਨਾ ਹੀ ਕਰਨਾ, ਜਦੋਂ ਅਸੀਂ ਚੱਲਦੇ ਫਿਰਦੇ, ਜਦੋਂ ਅਸੀਂ ਕੰਮ ਕਰਦੇ, ਉਦੋਂ ਅਸੀਂ ਨਾਲ ਕਰਨਾ। ਕਿਉਂਕਿ ਇਹ ਦੇਸ਼ ਹੈ ਜਿਹੜਾ ਬੇਗਾਨਾ ਹੈ, ਇਹ ਕਾਲ ਦਾ ਦੇਸ਼, ਇੱਥੇ ਸਾਨੂੰ ਇਹਨਾਂ ਨੇ ਵਿਹਲੇ ਨਹੀਂ ਰਹਿਣ ਦੇਣਾ, ਇੱਥੇ ਸਾਨੂੰ ਵੰਗਾਰ ਕਰਨੀ ਪੈਂਦੀ ਇਹਨਾਂ 'ਚ। ਇਸ ਦੇਸ਼ ਦੇ ਵਿੱਚ ਕਰਮ ਨੂੰ ਪ੍ਰਧਾਨਗੀ ਦਿੱਤੀ ਜਾਂਦੀ। ਜੇ ਤਾਂ ਅਸੀਂ ਕਰਮ ਕਰਦੇ ਹਾਂ ਕਹਿੰਦੇ ਬੰਦੇ ਨੇ, ਜੇ ਨਹੀਂ ਕਰਾਂਗੇ ਤਾਂ ਨਿੰਦਾ ਕਰਨ ਲੱਗ ਜਾਣਗੇ, ਤਾਂ ਕਿਸੇ ਕੰਮ ਦੇ ਹੀ ਨਹੀਂ, ਤਾਂ ਨਕੰਮੇ ਨੇ। ਇਸ ਵਾਸਤੇ ਕਰਮ ਤਾਂ ਸਾਨੂੰ ਕਰਨਾ ਹੀ ਪੈਂਦਾ। ਸਾਡਾ ਜਿਹੜਾ ਦੇਸ਼ ਹੈ ਉੱਥੇ ਸਾਨੂੰ ਕੰਮ ਨਹੀਂ ਕਰਨਾ ਪੈਂਦਾ, ਉੱਥੇ ਆਪਾਂ ਆਪਦੇ ਮਾਤਾ ਪਿਤਾ ਕੋਲ ਹੁੰਦੇ, ਉਹਦੀ ਗੋਦ 'ਚ ਹੁੰਦੇ। ਇੱਥੇ ਪਰਦੇਸ਼ 'ਚ ਆਉਂਦੇ, ਇੱਥੇ ਸਾਨੂੰ ਕਰਨਾ ਪੈਂਦਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਕਰਮ ਤਾਂ ਇਹ ਅਸੀਂ ਕਰਨਾ ਹੀ ਕਰਨਾ ਤਨ ਵਾਸਤੇ, ਵੀ ਅਸੀਂ ਇੱਥੇ ਵਿਹਲੇ ਤਾਂ ਰਹਿ ਨਹੀਂ ਸਕਦੇ, ਪਰ ਨਾਲ ਨਾਲ ਤੁਸੀਂ ਸਿਮਰਨ ਕਰੋ, ਨਾਲ ਨਾਲ ਆਪਦਾ ਜਿਹੜਾ ਅਸਲ ਕਰਮ ਹੈ ਉਹ ਨਾ ਭੁੱਲੋ। ਇਹ ਨਾ ਹੋਵੇ ਵੀ ਤੁਸੀਂ ਵੰਗਾਰ ਹੀ ਕਰਦੇ ਰਹੋ। ਹੁਣ ਆਮ ਜੀਵ ਕੀ ਹੈ, ਜਿਹੜਾ ਸਿਮਰਨ ਨਹੀਂ ਕਰਦਾ ਉਹ ਵੰਗਾਰ ਕਰਦਾ ਅਤੇ ਲਾਲਚ ਵੀ ਕਰਦਾ, ਦਿਨ ਰਾਤ ਵੀ ਮੈਂ ਵੱਧ ਤੋਂ ਵੱਧ ਕਰਾਂ, ਦਿਨੇ ਵੀ ਕਰਾਂ ਅਤੇ ਰਾਤ ਨੂੰ ਵੀ ਕਰਾਂ। ਹੁਣ ਸਤਿਗੁਰੂ ਕਹਿੰਦੇ ਵੀ ਜਿਹੜਾ ਕਰਮ ਤੁਹਾਨੂੰ ਕਰਨ ਵਾਸਤੇ ਭੇਜਿਆ ਤੁਸੀਂ ਉਹ ਤਾਂ ਕਰਦੇ ਨਹੀਂ ਸਿਮਰਨ ਤਾਂ, ਅਤੇ ਤੁਸੀਂ ਤਾਂ ਵੰਗਾਰ ਹੀ ਕਰੀ ਜਾਂਦੇ ਹੋ ਇਹਨਾਂ ਦੀ, ਅਤੇ ਨਾਲੇ ਲਾਲਚ ਵੀ ਕਰਦਾ ਜੀ।
ਬਈ ਮੈਂ ਵੱਧ ਕਰਾਂ। ਅਤੇ ਜਦੋਂ ਵੱਧ ਕਰਦਾ ਨਾਲ ਹਉਮੈ ਹੰਕਾਰ ਵੀ ਕਰਦਾ ਵੀ ਮੈਂ ਇੰਨਾ ਕਰ ਲਿਆ। ਦੂਸਰੇ ਨੂੰ ਕਹਿੰਦਾ ਇਹ ਤਾਂ ਕਿਸੇ ਕੰਮ ਦਾ ਹੀ ਨਹੀਂ, ਇਹ ਤਾਂ ਨਿਕੰਮਾ ਹੈ, ਇਹ ਤਾਂ ਕੁਛ ਕਰਦਾ ਹੀ ਨਹੀਂ। ਸੋ ਸਤਿਗੁਰੂ ਫਿਰ ਕਹਿੰਦੇ ਵੀ ਇਹ ਵੰਗਾਰ ਹੈ। ਜਿਵੇਂ ਆਪਾਂ ਸਾਰੇ ਜਾਣਦੇ ਹਾਂ ਵੀ ਕੋਈ ਜੀਵ ਵੰਗਾਰੀਆ ਹੁੰਦਾ, ਉਹ ਦੂਜੇ ਦੇ ਘਰ ਦੀ ਵੰਗਾਰ ਕਰਦਾ ਫਰੀ ਦੇ ਵਿੱਚ। ਜਦੋਂ ਉਹਨੇ ਰਾਤ ਨੂੰ ਆਪਦੇ ਘਰ ਜਾਣਾ, ਉਹ ਉੱਥੋਂ ਕੁਛ ਲਿਜਾ ਨਹੀਂ ਸਕਦਾ ਨਾਲ, ਕਿਉਂਕਿ ਉਹਨੇ ਫਰੀ 'ਚ ਵੰਗਾਰ ਕੀਤੀ। ਇਸੇ ਤਰ੍ਹਾਂ ਹੀ ਸਾਡੇ ਮਨ ਨੂੰ ਕਹਿੰਦੇ ਵੀ ਤੂੰ ਇੱਧਰ ਸਾਰਾ ਦਿਨ ਤਾਂ ਵੰਗਾਰ ਕਰਦਾ ਰਹਿਣਾ, ਅਤੇ ਜਦੋਂ ਤੂੰ ਰਾਤ ਨੂੰ ਆਪਦੇ ਘਰ ਦੇਸ਼ ਵਾਪਸ ਜਾਣਾ ਅਤੇ ਇੱਥੋਂ ਤੂੰ ਕੁਛ ਨਾਲ ਲਿਜਾ ਨਹੀਂ ਸਕਦਾ। ਜਿਹੜਾ ਤੂੰ ਸਾਰਾ ਦਿਨ ਇਕੱਠਾ ਕੀਤਾ ਉਹ ਸਾਰਾ ਇੱਥੇ ਦਾ ਇੱਥੇ ਧਰ ਜਾਣਾ ਹੈ। ਅਤੇ ਨਾਲ ਦੀ ਨਾਲ ਲਾਲਚ ਵੀ ਕਰਦਾ। ਮਹਾਰਾਜ ਕਹਿੰਦੇ ਨਿਤ ਦਿਨਸ ਰਾਤ ਲਾਲਚ ਕਰੀ ਭਰਮੇ ਭਰਮਾਇਆ, ਵੰਗਾਰ ਫਿਰੇ ਵੰਗਾਰੀਆ ਸਿਰ ਭਾਰ ਉਠਾਇਆ। ਬਈ ਸਾਰਾ ਦਿਨ ਵੰਗਾਰ ਕਰਦਾ, ਸਿਰ 'ਤੇ ਭਾਰ ਉਠਾਉਂਦਾ, ਦੂਸਰਿਆਂ ਦੀ ਨਿੰਦਾ ਕਰਦਾ ਵੀ ਇਹ ਨਾਲ। ਅਤੇ ਜਦੋਂ ਇੱਥੋਂ ਜਾਂਦਾ, ਇੱਥੋਂ ਖਾਲੀ ਹੱਥ ਜਾਂਦਾ, ਕੁਛ ਨਾਲ ਨਹੀਂ ਲਿਜਾ ਸਕਦੇ ਇੱਥੋਂ ਅਸੀਂ। ਸਾਡਾ ਫਿਰ ਉੱਥੇ ਜਾ ਕੇ ਸੱਚੇ ਦਰਬਾਰ 'ਚ ਫੈਸਲਾ ਹੁੰਦਾ ਰੋਜ਼ ਦੀ ਰੋਜ਼ ਦਾ ਕਰਮ ਦਾ, ਵੀ ਜੋ ਅਸੀਂ ਇੱਥੇ ਰਹਿ ਕੇ ਕਰਮ ਕੀਤਾ, ਬਈ ਨਾਲ ਨਾਲ ਅਸੀਂ ਸਿਮਰਨ ਵੀ ਕੀਤਾ, ਉਹਦਾ ਸਵਾਸਾਂ ਦਾ ਧਨ ਜਿਹੜਾ ਉਹ ਸਾਂਭਿਆ ਵੀ, ਕਿ ਜਾਂ ਇੱਥੇ ਵੰਗਾਰੀ ਕਰਦੇ ਰਹੇ ਸਾਰਾ ਦਿਨ। ਉਹ ਫਿਰ ਸੱਚੇ ਦਰਬਾਰ 'ਚ ਸਾਡਾ ਫੈਸਲਾ ਹੁੰਦਾ। ਮਹਾਰਾਜ ਕਹਿੰਦੇ ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸੱਚੇ ਦਰਬਾਰ ਦੇ ਵਿੱਚ, ਦਰਗਾਹ ਦੇ ਵਿੱਚ, ਪਰਲੋਕ 'ਚ, ਇਹ ਸਾਡਾ ਰੋਜ਼ ਦੀ ਰੋਜ਼ ਦਾ ਖੇਲ। ਸਾਡਾ ਦਿਨ ਦਾ ਤਾਂ ਰੋਜ਼ ਦੀ ਰੋਜ਼ ਦਾ ਫੈਸਲਾ ਸੁਣਾ ਦਿੰਦੇ ਵੀ ਅਸੀਂ ਇੱਥੋਂ ਹਾਰ ਕੇ ਗਏ ਹਾਂ ਕਿ ਜਿੱਤ ਕੇ ਗਏ। ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ, ਫਿਰ ਸਾਨੂੰ ਅਖੀਰੀ ਫੈਸਲਾ ਸੁਣਾ ਦਿੰਦੇ। ਹੁਣ ਆਵਾਂ ਨੂੰ ਫਿਰ ਸਮਝਾਉਂਦੇ ਵੀ ਜੇ ਤਾਂ ਅਸੀਂ ਇੱਥੇ ਗੁਰੂ ਦੀ ਮੱਤ ਲੈ ਕੇ ਚੱਲੇ, ਅਸੀਂ ਨਾਲ ਨਾਲ ਸਿਮਰਨ ਕੀਤਾ, ਅਭਿਆਸ ਕਰਦੇ ਰਹੇ, ਸ਼ਬਦ ਦੀ ਵਿਚਾਰ ਕਰਦੇ ਰਹੇ, ਫਿਰ ਤਾਂ ਅਸੀਂ ਇੱਥੋਂ ਜਿੱਤ ਕੇ ਜਾਂਦੇ ਹਾਂ। ਅਸੀਂ ਸਵਾਸਾਂ ਦਾ ਧਨ ਆਪਦਾ ਬਚਾ ਲੈਂਦੇ ਹਾਂ ਲੁੱਟਣੋਂ, ਅਤੇ ਸਾਨੂੰ ਫਿਰ ਗਿਆਨ ਨੂੰ ਸ਼ਾਬਾਸ਼ ਮਿਲਦੀ, ਅਤੇ ਨਾਲ ਹੀ ਫਿਰ ਸਾਨੂੰ ਥਾਲ ਪਰੋਸ ਕੇ ਦਿੱਤਾ ਜਾਂਦਾ ਵੀ ਬੱਚਾ ਗਿਆ ਸੀ ਪਰਦੇਸ ਕਿਰਤ ਕਰਨ ਵਾਸਤੇ, ਸਾਰੀ ਦਿਹਾੜੀ ਉਸੇ ਕਮਾਈ ਕਰਕੇ ਆਏ, ਵੀ ਇਹਨੂੰ ਪਰੋਸ ਕੇ ਥਾਲ ਦਿਓ, ਇਹਨੂੰ ਭੋਜਨ ਦਿਓ। ਉੱਥੇ ਫਿਰ ਸਾਨੂੰ ਕੀ ਭੋਜਨ ਦਿੱਤਾ ਜਾਂਦਾ? ਇਹ ਜਿਹੜਾ ਸੁੰਨ ਹੈ ਖਾਲੀ ਖਲਾ, ਇਹਨੂੰ ਥਾਲ ਦਾ ਨਾਂ ਦਿੱਤਾ। ਮਹਾਰਾਜ ਕਹਿੰਦੇ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸ ਕਾ ਹੋਈ ਆਧਾਰ। ਵੀ ਉਹ ਫਿਰ ਸਾਨੂੰ ਥਾਲ ਦੇ ਵਿੱਚ ਪਰੋਸ ਕੇ ਸਾਡੇ ਮਨ ਦਾ ਭੋਜਨ ਹੈ ਜਿਹੜਾ ਅੰਮ੍ਰਿਤ, ਉਹ ਅੰਮ੍ਰਿਤ ਦਿੱਤਾ ਜਾਂਦਾ। ਬਈ ਬੱਚਾ ਕਿਰਤ ਕਰਕੇ ਆਇਆ, ਕਮਾਈ ਕਰਕੇ ਆਇਆ। ਉਹ ਉੱਥੇ ਫਿਰ ਗੁਰਮੁਖ ਅਰਦਾਸ ਕਰਦੇ, ਬੇਨਤੀ ਕਰਦੇ। ਕਿਹੜੀ ਅਰਦਾਸ ਕਰਦੇ? ਮਹਾਰਾਜ ਕਹਿੰਦੇ ਨਾਨਕ ਭੂਸਰੀਆਂ ਪਕਾਈਆਂ ਪਾਈਆਂ ਥਾਲੀ ਮਾਹੇ, ਜਿਨ੍ਹਾਂ ਗੁਰੂ ਮਨਾਇਆ ਰਜ ਰਜ ਸੇ ਹੀ ਖਾਈ। ਬਈ ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਮਨਾ ਲਿਆ, ਉਹ ਫਿਰ ਰਜ ਰਜ ਖਾਂਦੇ, ਉਹ ਛਕਦੇ ਉੱਥੇ ਮਨ ਦਾ ਭੋਜਨ, ਅੰਮ੍ਰਿਤ ਰਸ ਦਿੱਤਾ ਜਾਂਦਾ। ਜਿਹੜੇ ਜੀਵ ਨੇ ਹੁਣ ਕਮਾਈ ਨਹੀਂ ਕੀਤੀ, ਫਿਰ ਦੇਖਦੇ ਵੀ ਇਹ ਗਿਆ ਤਾਂ ਸੀ ਕਮਾਈ ਕਰਨ ਵਾਸਤੇ, ਉੱਥੇ ਜਾ ਕੇ ਇਹਨੇ ਸਿਮਰਨ ਤਾਂ ਕੀਤਾ ਕੋਈ ਨਹੀਂ। ਫਿਰ ਇਹਨੂੰ ਕਹਿੰਦੇ ਵੀ ਹੁਣ ਤੈਨੂੰ ਇੰਨਾ ਕੀਮਤੀ ਧਨ ਦੇ ਕੇ ਭੇਜਿਆ ਸੀ ਸਵਾਸਾਂ ਦਾ, ਤੂੰ ਸਾਰਾ ਦਿਨ ਉੱਥੇ ਵੰਗਾਰ ਕਰਦਾ ਰਿਹਾ, ਵਿਅਰਥ ਹੀ ਖਰਚ ਕਰਿਆ, ਅਤੇ ਹੁਣ ਵਤਰ ਸੀ, ਹੁਣ ਵੇਲਾ ਸੀ ਤੇਰੇ ਕੋਲ, ਹੁਣ ਤੂੰ ਸਿਮਰਨ ਕਰਨਾ ਸੀ, ਅਤੇ ਉਹਦੇ ਬਦਲੇ ਤੈਨੂੰ ਇਹ ਖੁਰਾਕ ਮਿਲਣੀ ਸੀ। ਉਹ ਕਮਾਈ ਕੀਤੀ ਨਹੀਂ, ਅਤੇ ਹੁਣ ਤੂੰ ਭੁੱਖਾ ਦੱਸ ਕੀ ਖਾਏਂਗਾ, ਤੈਨੂੰ ਕਿਵੇਂ ਭੋਜਨ ਮਿਲੂਗਾ? ਮਹਾਰਾਜ ਕਹਿੰਦੇ ਹੁਣ ਵਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖ ਆ ਗਿਆ ਖਾਈ।
ਜਿਵੇਂ ਆਪਾਂ ਸੰਸਾਰ 'ਚ ਮਾਂ ਪਿਓ ਬੱਚੇ ਨੂੰ ਕਹਿੰਦਾ ਨਾ ਵੀ ਜੇ ਤੂੰ ਕੰਮ ਨਹੀਂ ਕਰੇਂਗਾ, ਜੇ ਤੂੰ ਕੋਈ ਨੌਕਰੀ ਨਹੀਂ ਕਰੇਂਗਾ, ਜਾਂ ਤੂੰ ਦਿਹਾੜੀ ਨਹੀਂ ਕਰੇਂਗਾ, ਜਾਂ ਤੂੰ ਦੁਕਾਨਦਾਰੀ ਕੁਛ ਵੀ ਨਹੀਂ ਕਰੇਂਗਾ, ਤੇ ਤੂੰ ਖਾਏਂਗਾ ਕੀ? ਤੂੰ ਭੁੱਖਾ ਰਹੇਂਗਾ। ਫਿਰ ਇਸੇ ਤਰ੍ਹਾਂ ਹੀ ਸਾਨੂੰ ਫਿਰ ਸਤਿਗੁਰੂ ਕਹਿੰਦੇ ਸਾਡੇ ਮਨ ਨੂੰ ਬਈ ਹੁਣ ਤੂੰ ਕਮਾਈ ਕਰਨੀ ਸੀ, ਦਿਹਾੜੀ ਕਰਨੀ ਸੀ, ਲਾਹਾ ਖੱਟਣਾ ਸੀ, ਤੇ ਉਹ ਤੂੰ ਖੱਟਿਆ ਕੋਈ ਨਹੀਂ। ਉੱਥੇ ਸਾਰਾ ਦਿਨ ਵੰਗਾਰੀ ਕਰਦਾ ਰਿਹਾ, ਦੂਸਰਿਆਂ ਦੀ ਨਿੰਦਿਆ ਕਰਦਾ ਰਿਹਾ, ਵੈਰ ਵਿਰੋਧ ਕਰਦਾ ਰਿਹਾ, ਲੜਾਈਆਂ ਝਗੜੇ ਕਰਦਾ ਰਿਹਾ, ਦੁਬਦਾ 'ਚ ਪਿਆ ਰਿਹਾ। ਤੇ ਤੂੰ ਆਪਦੇ ਬਾਰੇ ਤਾਂ ਸੋਚਿਆ ਹੀ ਕੁਛ ਨਹੀਂ, ਆਪਣੇ ਬਾਰੇ ਤਾਂ ਕਮਾਈ ਕੀਤੀ ਕੋਈ ਨਹੀਂ। ਇਸ ਵਾਸਤੇ ਫਿਰ ਸਾਨੂੰ ਸਤਿਗੁਰੂ ਕਹਿੰਦੇ ਵੀ ਤੁਸੀਂ ਆਪਦੇ ਬਾਰੇ ਵੀ ਸੋਚੋ, ਆਪਦੇ ਬਾਰੇ ਵੀ ਵਿਚਾਰ ਕਰੋ, ਦੂਜਿਆਂ ਬਾਰੇ ਨਾ ਸੋਚੀ ਜਾਓ। ਇਹ ਸਭ ਦਾ ਖੇਲ ਸਾਡਾ ਆਪੋ ਆਪਣਾ ਹੈ। ਸਾਡਾ ਜਿਹੜਾ ਪਰਿਵਾਰ ਹੈ ਇਹ ਇੱਕ ਸੰਯੋਗ ਹੈ। ਅਸੀਂ ਇਕੱਲਿਆਂ ਨੇ ਇੱਥੇ ਆਉਣਾ ਅਤੇ ਇਕੱਲਿਆਂ ਨੇ ਇੱਥੋਂ ਵਾਪਸ ਜਾਣਾ, ਅਤੇ ਸਾਡੇ ਇਕੱਲਿਆਂ ਦਾ ਹਿਸਾਬ ਕਿਤਾਬ ਹੋਣਾ। ਇਹ ਨਹੀਂ ਵੀ ਸਾਡਾ ਹਿਸਾਬ ਕੋਈ ਹੋਰ ਦੇਵੇ। ਜੇ ਅਸੀਂ ਆਖਾਂਗੇ ਵੀ ਅਸੀਂ ਫਲਾਣੇ ਲਈ ਧਨ ਖਰਚ ਕੀਤਾ ਜੀ, ਤੇ ਮਾਰੇ ਕਹਿੰਦੇ ਕਿਉਂ ਕੀਤਾ? ਤੈਨੂੰ ਆਖਿਆ ਸੀ ਵੀ ਆਪਦੇ ਤੱਕ ਸੀਮਤ ਰਹਿਣਾ, ਤੈਨੂੰ ਸੋਚਣ ਦੀ ਕੀ ਲੋੜ ਹੈ ਦੂਸਰੇ ਬਾਰੇ? ਤੂੰ ਆਪਦੇ ਬਾਰੇ ਸੋਚ, ਤੂੰ ਆਪਦੀ ਕਮਾਈ ਕਰ। ਔਰ ਇਸ ਵਾਸਤੇ ਸਾਨੂੰ ਕਹਿੰਦੇ ਵੀ ਇਹ ਤਾਂ ਸਾਡੇ ਮਾਤਾ ਪਿਤਾ ਨੇ ਸਾਨੂੰ ਧਨ ਦਿੱਤਾ ਸਵਾਸਾਂ ਦਾ, ਸਾਨੂੰ ਦੇ ਕੇ ਭੇਜਦੇ ਇੱਥੇ, ਅਤੇ ਵਾਪਸੀ ਦੇ ਸਾਤੋਂ ਹੀ ਹਿਸਾਬ ਲਿਆ ਜਾਣਾ। ਇਹ ਨਹੀਂ ਵੀ ਸਾਡਾ ਹਿਸਾਬ ਕੋਈ ਹੋਰ ਦੇਗਾ। ਤਾਂ ਫਿਰ ਸਾਨੂੰ ਕਹਿੰਦੇ ਵੀ ਸਾਡਾ ਇੱਧਰ ਸਾਰਾ ਕੁਛ ਲੇਖੇ ਵਿੱਚ ਚੱਲਦਾ। ਜਿਉਂ ਹੀ ਅਸੀਂ ਇਹ ਸਰੀਰ 'ਚ ਪ੍ਰਵੇਸ਼ ਹੁੰਦੇ ਹਾਂ, ਸਾਡੀ ਲਿਖਤ ਸ਼ੁਰੂ ਹੋ ਜਾਂਦੀ ਹੈ ਵੀ ਅਸੀਂ ਕਿਹੜੇ ਹੱਡ 'ਤੇ ਕਿੱਥੇ ਆਪਦਾ ਸਵਾਸਾਂ ਦਾ ਧਨ ਖਰਚ ਕਰਨਾ ਸ਼ੁਰੂ ਕਰ ਦਿੱਤਾ। ਜਿਉਂ ਹੀ ਅਸੀਂ ਬੋਲੇ, ਅਸੀਂ ਕੀ ਬੋਲੇ ਉਹ ਸਾਡਾ ਲਿਖਿਆ ਜਾਣਾ ਵੀ ਕਿਹੜੇ ਹੱਟ 'ਤੇ ਬੋਲੇ, ਕੀ ਗੱਲ ਕੀਤੀ ਇਹਨਾਂ ਨੇ। ਜੋ ਅਸੀਂ ਦੇਖਿਆ ਸਾਡਾ ਉਹ ਲਿਖਿਆ ਜਾਣਾ ਵੀ ਅਸੀਂ ਕੀ ਦੇਖਿਆ, ਕੀ ਅਸੀਂ ਵਿਚਾਰ ਲਿਆ। ਜੋ ਅਸੀਂ ਸੁਣਿਆ ਸਾਡਾ ਉਹ ਲਿਖਿਆ ਜਾਣਾ ਵੀ ਅਸੀਂ ਕੀ ਸੁਣ ਲਿਆ, ਕਿਹੜੇ ਹੱਟ ਦੀ ਗੱਲ ਅਸੀਂ ਸੁਣੀ। ਜਾਣੀ ਦੀ ਸਵੇਰ ਤੋਂ ਲੈ ਕੇ ਜਿੰਨਾ ਸਮਾਂ ਹੁਣ ਇਹ ਰਾਤ ਤੱਕ ਆਪਾਂ ਸ਼ਾਮ ਤੱਕ ਇਸ ਸਰੀਰ 'ਚ ਰਹਿਣਾ, ਸਾਡਾ ਸਾਰਾ ਕੁਛ ਲਿਖਤ ਵਿੱਚ ਸਾਡਾ ਲਿਖਿਆ ਜਾਂਦਾ, ਇੱਕ ਇੱਕ ਸਵਾਸ ਲਿਖਿਆ ਜਾਂਦਾ। ਇਸ ਲਈ ਮਹਾਰਾਜ ਸਾਨੂੰ ਫਰਮਾਉਂਦੇ ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਵਾਟ ਚਲਾਈਏ, ਲੇਖੇ ਸੁਣ ਵਿਖਾਓ, ਲੇਖੇ ਸਾਹ ਲਵਾਈਏ, ਪੜ੍ਹ ਕੇ ਪੁੱਛਣ ਜਾਓ। ਵੀ ਇਹ ਸਾਨੂੰ ਕਿਸੇ ਪੜ੍ਹਿਆਂ ਲਿਖਿਆਂ ਤੋਂ ਪੁੱਛਣ ਦੀ ਲੋੜ ਨਹੀਂ, ਵੀ ਇਹ ਤਾਂ ਸਾਨੂੰ ਹਿਸਾਬ ਦੇਣਾ ਪੈਣਾ। ਸਾਡੇ ਮਾਤਾ ਪਿਤਾ ਨੇ ਸਾਨੂੰ ਧਨ ਦਿੱਤਾ ਹੈ, ਅਤੇ ਸਾਤੋਂ ਹੀ ਪੁੱਛਿਆ ਜਾਣਾ ਵੀ ਕਿੱਥੇ ਕਿੱਥੇ ਖਰਚ ਕਰਕੇ ਆਏ ਦੱਸ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬਈ ਇਹ ਸਾਡਾ ਚਿੱਤਰਗੁਪਤ ਵੀ ਲਿਖਦੇ, ਉਹਨਾਂ ਨੇ ਧਰਮ ਰਾਏ ਨੂੰ ਰਿਪੋਰਟ ਦੇਣੀ, ਅਤੇ ਸਾਡੇ ਮਨ ਨੇ ਆਪ ਵੀ ਲਿਖਣਾ ਹੁੰਦਾ ਆਪਦੀ ਪੱਟੀ 'ਚ। ਸਤਿਗੁਰੂ ਕਹਿੰਦੇ ਆਪੇ ਪੱਟੀ ਕਲਮ ਆਪ ਉੱਪਰ ਲਿਖ ਭੀਤੂ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਬਈ ਹੁਣ ਸਾਡੇ ਮਨ ਨੇ ਆਪ ਵੀ ਲਿਖਣਾ ਬਈ ਅਸੀਂ ਕਿਹੜੇ ਹੱਡ 'ਤੇ ਸਵਾਸ ਖਰਚ ਕੀਤਾ। ਜਿਵੇਂ ਹੁਣ ਅਸੀਂ ਜਦੋਂ ਉੱਥੇ ਬਾਬਾ ਜੀ ਕੋਲ ਰਹਿੰਦੇ ਹੁੰਦੇ ਸੀ, ਸਾਨੂੰ ਉਹਨਾਂ ਨੇ ਛੋਟੀਆਂ ਛੋਟੀਆਂ ਡਾਇਰੀਆਂ ਲਵਾਤੀ ਵੀ ਉਹ ਤੁਸੀਂ ਜੇਬ 'ਚ ਰੱਖਣੀਆਂ, ਅਤੇ ਨਾਲ ਇਹ ਕਾਪੀ ਪੈਨ 'ਤੇ ਉਹਦੇ ਨੋਟ ਕਰਨਾ ਵੀ ਤੁਹਾਨੂੰ ਜਦੋਂ ਵਿਚਾਰ ਆਇਆ ਵੀ ਕਿਹੜਾ ਵਿਚਾਰ ਆਇਆ, ਕਿਹੜੇ ਹੱਟ ਦਾ ਤੁਸੀਂ ਵਿਚਾਰ ਲਿਆ, ਰਜੋ ਗੁਣ ਦਾ ਲਿਆ, ਤਮੋ ਗੁਣ ਦਾ ਲਿਆ, ਜਾਂ ਸਤੋ ਗੁਣ ਦਾ ਲਿਆ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੋਟ ਕਰਨਾ ਵੀ ਕਿੰਨੇ ਵਿਚਾਰ ਆਏ, ਕਿੰਨੇ ਫੁਰਨੇ ਲਈ, ਕਿੰਨੇ ਸਵਾਸ ਖਰਚ ਹੋਏ ਇਹਨਾਂ 'ਚ, ਅਤੇ ਕਿੰਨੀ ਬੱਚਤ ਹੋਈ, ਕਿੰਨਾ ਸਮਾਂ ਅਸੀਂ ਇਹ ਸਿਮਰਨ ਕਰਕੇ ਮਾਲਕ ਦੀ ਯਾਦ 'ਚ ਲੰਘਾਏ। ਉਹ ਫਿਰ ਜਦੋਂ ਲਿਖਣ ਲੱਗੇ ਨਾ, ਉਹ ਲਿਖਦੇ ਲਿਖਦੇ ਉਹ ਇੰਨੇ ਵਿਚਾਰ ਰੁਕ ਜਾਂਦੇ ਵੀ ਉਹ ਕਈ ਵਾਰ ਤਾਂ ਉਹ ਕੋਈ ਫੁਰਨਾ ਹੀ ਨਾ ਆਉਣਾ, ਪੂਰਾ ਪੂਰਾ ਦਿਨ ਵਿਚਾਰ ਆਉਂਦਾ ਹੀ ਨਹੀਂ ਕੁਛ।
ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਸਾਡੇ ਮਨ ਨੇ ਲਿਖਣਾ। ਆਪੇ ਵੱਟੀ ਕਲਮ ਆਪ ਉੱਪਰ ਲਿਖ ਭੀਤੋਂ। ਹੁਣ ਨਾਲ ਫਿਰ ਸਾਨੂੰ ਇਹ ਵੀ ਸਮਝਾਉਂਦੇ ਵੀ ਆਪਦੇ ਖਿਲਾਫ ਹੀ ਨਾ ਲਿਖ ਲਿਓ। ਵੀ ਸਾਡਾ ਮਾਤਾ ਪਿਤਾ ਐਡਾ ਦਿਆਲੂ ਕਿਰਪਾਲੂ ਹੈ, ਜਦੋਂ ਉਹਨੇ ਆਪਾਂ ਨੂੰ ਇੰਨਾ ਅਖਤਿਆਰ ਹੀ ਦੇ ਦਿੱਤਾ ਬਈ ਤੁਹਾਨੂੰ ਇਹ ਧਨ ਦੇ ਦਿੱਤਾ ਹੈ, ਤੁਹਾਨੂੰ ਹੁਣ ਇਹ ਫਟੀ ਦੇ ਦਿੱਤੀ, ਕਲਮ ਦੇ ਦਿੱਤੀ, ਤੁਸੀਂ ਆਪ ਹੀ ਲਿਖ ਕੇ ਲਿਆਉਣਾ। ਜੋ ਤੁਸੀਂ ਲਿਖ ਕੇ ਲਿਆਓਗੇ ਉਹਦੇ ਮੁਤਾਬਕ ਹੀ ਤੁਹਾਡਾ ਫੈਸਲਾ ਸੁਣਾ ਦਿਆਂਗੇ। ਫਿਰ ਸਾਨੂੰ ਨਾਲ ਇਹ ਗਿਆਨ ਦਿੱਤਾ ਜਾਂਦਾ, ਸਤਿਗੁਰੂ ਦੱਸਦੇ ਵੀ ਤੁਸੀਂ ਆਪਦੇ ਖਿਲਾਫ ਹੀ ਨਾ ਲਿਖ ਕੇ ਲੈ ਜਾਓ। ਵੀ ਇਹ ਨਾ ਹੋਵੇ ਤੁਸੀਂ ਆਪਦੇ ਖਿਲਾਫ ਹੀ ਲਿਖੀ ਜਾਓ ਅਤੇ ਜਦੋਂ ਵਾਪਸ ਅਸੀਂ ਜਾਈਏ ਆਪਦੇ ਘਰ ਅਤੇ ਸਾਨੂੰ ਉਹਦੀ ਸਜ਼ਾ ਮਿਲੇ। ਹੁਣ ਜਦੋਂ ਜੀਵ ਸਤ ਸੰਗਤ ਨਹੀਂ ਕਰਦਾ, ਗੁਰੂ ਦੀ ਮੱਤ ਨਹੀਂ ਲੈਂਦਾ, ਉਹ ਆਪਦੇ ਖਿਲਾਫ ਆਪ ਹੀ ਲਿਖੀ ਜਾਂਦਾ। ਅਸੀਂ ਆਪਦੇ ਖਿਲਾਫ ਕਦੋਂ ਆਪ ਲਿਖਦੇ ਹਾਂ? ਜਦੋਂ ਅਸੀਂ ਕਿਸੇ ਨੂੰ ਫਿੱਕੇ ਬੋਲ ਬੋਲਦੇ, ਜਦੋਂ ਅਸੀਂ ਕਿਸੇ ਨੂੰ ਮਾੜਾ ਬੋਲਦੇ ਹਾਂ, ਕਿਸੇ ਦੇ ਨਾਲ ਵੈਰ ਵਿਰੋਧ ਕਰਦੇ ਹਾਂ, ਕਿਸੇ ਨਾਲ ਈਰਖਾ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਕਿਸੇ ਨੂੰ ਅਸੀਂ ਵੈਰ ਵਿਰੋਧ ਜਿਹੜਾ ਈਰਖਾ ਨਫ਼ਰਤ ਨਿੰਦਿਆ ਚੁਗਲੀ ਕਰਦੇ ਹਾਂ, ਉਹ ਅਸੀਂ ਆਪਦੀ ਫੱਟੀ 'ਤੇ ਆਪਦੇ ਖਿਲਾਫ ਹੀ ਲਿਖੀ ਜਾਂਦੇ ਹਾਂ ਵੀ ਜਦੋਂ ਅਸੀਂ ਆਈਏ ਦਰਗਾਹ 'ਚ ਸਾਨੂੰ ਇਹਦੀ ਸਜ਼ਾ ਮਿਲੇ। ਇਸ ਲਈ ਫਿਰ ਸਾਨੂੰ ਕਹਿੰਦੇ ਵੀ ਜੇ ਤੁਸੀਂ ਆਪਦੇ ਆਪ ਨੂੰ ਬਹੁਤ ਸਿਆਣੇ ਸਮਝਦੇ ਹੋ ਨਾ, ਇਹ ਤੁਸੀਂ ਆਪਦੇ ਖਿਲਾਫ ਆਪ ਹੀ ਨਾ ਲਿਖੋ। ਮਹਾਰਾਜ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਗਿਰੇਵਾਨ ਮੈਂ ਸਿਰ ਨੀਵਾਂ ਕਰ ਦੇਖ। ਬਈ ਤੂੰ ਕਾਲੇ ਲੇਖ ਨਾ ਲਿਖ। ਜਿਵੇਂ ਹੁਣ ਆਮ ਜੀਵ ਤਾਂ ਰੱਬ ਨੂੰ ਦੋਸ਼ ਦਿੰਦਾ, ਸਾਡੀ ਤਾਂ ਕਿਸਮਤ ਹੀ ਮਾੜੀ ਹੈ ਜੀ, ਸਾਡੇ ਤਾਂ ਰੱਬ ਨੇ ਲੇਖ ਹੀ ਮਾੜੀ ਲਿਖਤੀ। ਰੱਬ ਨੇ ਲੇਖ ਨਹੀਂ ਲਿਖੇ, ਲੇਖ ਅਸੀਂ ਖੁਦ ਲਿਖਦੇ ਹਾਂ ਆਪਦੇ। ਲੇਖ ਹੀ ਸਾਡੇ ਕਰਮ ਜੋ ਅਸੀਂ ਵਿਚਾਰ ਲੈਂਦੇ। ਜਦੋਂ ਅਸੀਂ ਗੁਰੂ ਦੀ ਮੱਤ ਤੋਂ ਉਲਟ ਚੱਲਦੇ ਹਾਂ, ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ, ਕਿਸੇ ਨਾਲ ਈਰਖਾ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਉਹ ਲੇਖ ਤਾਂ ਅਸੀਂ ਆਪ ਹੀ ਮਾੜੇ ਲਿਖੀ ਜਾਂਦੇ ਹਾਂ ਆਪਦੇ। ਉਹ ਅਸੀਂ ਆਪਦੇ ਖਿਲਾਫ ਤਾਂ ਖੁਦ ਹੀ ਲਿਖੀ ਜਾਂਦੇ ਵੀ ਸਾਨੂੰ ਇਹਦੀ ਸਜ਼ਾ ਮਿਲੇ ਜੀ। ਜਦੋਂ ਅਸੀਂ ਵਾਪਸ ਆਈਏ ਦਰਗਾਹ ਦੇ ਵਿੱਚ ਸਾਡਾ ਮੂੰਹ ਕਾਲਾ ਕੀਤਾ ਜਾਵੇ, ਸਾਨੂੰ ਸਜ਼ਾ ਦਿੱਤੀ ਜਾਵੇ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜੇ ਸਿਆਣੇ ਹੋ ਤਾਂ ਕਾਲੇ ਲੇਖ ਨਾ ਲਿਖੋ, ਵੀ ਆਪਦੇ ਖਿਲਾਫ ਹੀ ਨਾ ਲਿਖੋ, ਆਪਦੇ ਵੈਰੀ ਖੁਦ ਹੀ ਨਾ ਬਣੇ ਰਹੋ। ਬਈ ਕਿਸੇ ਨਾਲ ਵੀ ਮਨ ਦੇ ਵਿੱਚ ਵੈਰ ਵਿਰੋਧ ਰੱਖੋ ਹੀ ਨਹੀਂ, ਕਿਸੇ ਨਾਲ ਦੁਵਿਧਾ ਨਾ ਕਰੋ, ਕਿਸੇ ਨਾਲ ਈਰਖਾ ਨਾ ਕਰੋ, ਕਿਸੇ ਨਾਲ ਨਫ਼ਰਤ ਨਾ ਕਰੋ, ਕਿਸੇ ਦੀ ਨਿੰਦਿਆ ਨਾ ਕਰੋ, ਨਾ ਸੁਣੋ ਕਿਸੇ ਦੀ ਨਿੰਦਿਆ। ਇਹ ਸਭ ਕਾਲੇ ਲੇਖ ਨੇ। ਜੇ ਅਸੀਂ ਫਿਰ ਵੀ ਕਰਦੇ ਹਾਂ ਅਤੇ ਫਿਰ ਅਸੀਂ ਆਪ ਹੀ ਤਾਂ ਲਿਖਦੇ ਹਾਂ, ਇਹਦੇ 'ਚ ਕਿਸੇ ਹੋਰ ਦਾ ਥੋੜ੍ਹੀ ਦੋਸ਼। ਭਾਈਓ ਮਹਾਰਾਜ ਕਹਿੰਦੇ ਨਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲਿਖ। ਵੀ ਤੂੰ ਕਾਲੇ ਲੇਖ ਕਿਉਂ ਲਿਖਣ ਲੱਗਿਆ ਹੋਇਆ ਆਪਦੀ? ਬਈ ਜੇ ਤੂੰ ਦੇਖਣਾ ਹੀ ਹੈ ਵੀ ਤੂੰ ਆਪਦੇ ਗਿਰੇਵਾਨ 'ਚ ਦੇਖ, ਤੂੰ ਹੋਰਾਂ ਦੇ ਜੋ ਨਿੰਦਿਆ ਕਰਕੇ ਹੋਰਾਂ ਦੇ ਔਗਣ ਫਰੋਲਦਾ ਹੈ, ਤੂੰ ਆਪਦੇ ਅੰਦਰ ਝਾਤੀ ਮਾਰ ਵੀ ਤੇਰੇ ਅੰਦਰ ਕਿੰਨੇ ਔਗਣ ਨੇ। ਆਪਣੇ ਗਿਰੇਵਾਨ ਮੇ ਸਿਰ ਨੀਵਾਂ ਕਰ ਦੇਖ, ਵੀ ਆਪਦੇ ਗਿਰੇਵਾਨ ਦੇ ਵਿੱਚ ਆਪਦੇ ਅੰਦਰ ਝਾਤੀ ਮਾਰ। ਹੁਣ ਆਪਦੇ ਅੰਦਰ ਆਪਦੇ ਗਿਰੇਵਾਨ 'ਚ ਅਸੀਂ ਫੇਰ ਝਾਕਾਂਗੇ ਜੇ ਅਸੀਂ ਅੰਤਰਮੁਖੀ ਹੋਵਾਂਗੇ। ਜੇ ਅਸੀਂ ਸਿਮਰਨ ਕਰਾਂਗੇ ਤਾਂ ਫੇਰ ਹੀ ਅਸੀਂ ਅੰਦਰ ਝਾਕਾਂਗੇ ਆਪਦੇ। ਜਦ ਤੱਕ ਜੀਵ ਸਿਮਰਨ ਨਹੀਂ ਕਰਦਾ, ਸਤ ਸੰਗਤ ਨਹੀਂ ਕਰਦਾ, ਉਹ ਆਪਦੇ ਅੰਦਰ ਤਾਂ ਦੇਖਦਾ ਹੀ ਨਹੀਂ, ਉਹ ਤਾਂ ਬਾਹਰ ਦੇਖਣ ਲੱਗਿਆ ਹੋਇਆ, ਉਹ ਦੂਸਰਿਆਂ ਦੇ ਦੇਖਣ ਲੱਗੇ ਹੋਏ ਔਗਣ, ਦੂਸਰੇ ਦੇ ਘਰ ਦੇਖਦਾ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਬਈ ਇਹ ਕਾਲੇ ਲੇਖ ਨਾ ਲਿਖੋ, ਜੇ ਤੁਸੀਂ ਲਿਖੋਗੇ ਇਹਦੀ ਤੁਹਾਨੂੰ ਸਜ਼ਾ ਮਿਲੇਗੀ। ਹੁਣ ਜਦੋਂ ਜੀਵ ਇੱਥੇ ਕਿਸੇ ਨੂੰ ਫਿੱਕੇ ਬੋਲ ਬੋਲਦਾ ਹੈ, ਮਾੜਾ ਬੋਲਦਾ ਹੈ, ਉਹਦਾ ਮਨ ਵੀ ਫਿੱਕਾ, ਉਹਦਾ ਤਨ ਵੀ ਫਿੱਕਾ। ਜਦੋਂ ਅਸੀਂ ਇੱਥੋਂ ਵਾਪਸ ਜਾਂਦੇ ਦਰਗਾਹ 'ਚ, ਸਾਨੂੰ ਉਹ ਫਿੱਕੇ ਬੋਲੇ ਦੀ ਸਜ਼ਾ ਬੜੀ ਸਖਤ ਮਿਲਦੀ। ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਈ, ਫਿੱਕੋ ਫਿੱਕੀ ਸਦੀਏ ਫਿੱਕੋ ਫਿੱਕੀ ਸੋਏ, ਫਿੱਕਾ ਦਰਗੇ ਸਟੀਏ ਮੂੰਹ ਥੋਕਾਂ ਫਿੱਕੇ ਪਾਈ, ਫਿੱਕਾ ਮੂਰਖ ਆਖੀਏ ਪਾਣਾ ਲਈ ਸਜਾਏ।
ਬਈ ਜੇ ਅਸੀਂ ਕਿਸੇ ਨੂੰ ਫਿੱਕੇ ਬੋਲ ਬੋਲਾਂਗੇ, ਮਾੜੇ ਬੋਲ ਬੋਲਾਂਗੇ, ਤੇ ਜਦੋਂ ਦਰਗਾਹ 'ਚ ਜਾਵਾਂਗੇ ਕਹਿੰਦੇ ਵੀ ਜਿਹੜੇ ਮੁਖ ਅਸੀਂ ਇਹ ਫਿੱਕੇ ਬੋਲ ਬੋਲਦਾ ਰਿਹਾ, ਉਸੇ ਮੂੰਹ ਦੇ ਵਿੱਚ ਥੁੱਕਾਂ ਸੁੱਟੋ ਤੇ ਉਹਦੇ ਜੁੱਤੀਆਂ ਮਾਰੋ, ਤੇ ਸਜ਼ਾ ਬੜੀ ਸਖਤ ਮਿਲਦੀ ਉੱਥੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਤੁਸੀਂ ਸਿਆਣੇ ਹੋ, ਤੇ ਹੁਣ ਸਿਆਣਾ ਜੀਵ ਨਹੀਂ ਚਾਹੁੰਦਾ ਵੀ ਮੈਨੂੰ ਸਜ਼ਾ ਮਿਲੇ, ਮੇਰੇ ਜੁੱਤੀਆਂ ਪੈਣ, ਵੀ ਮੇਰੇ ਮੂੰਹ ਦੇ ਵਿੱਚ ਥੁੱਕਾਂ ਸੁੱਟੀਆਂ ਜਾਣ, ਉਹ ਨਹੀਂ ਚਾਹੁੰਦਾ ਵੀ ਇੱਦਾਂ ਮੇਰੇ ਨਾਲ ਹੋਵੇ। ਇਸ ਵਾਸਤੇ ਫਿਰ ਜਿਹੜੇ ਗੁਰਮੁਖ ਉਹ ਤਾਂਹੀਓ ਕਿਸੇ ਨੂੰ ਫਿੱਕੇ ਬੋਲ ਨਹੀਂ ਬੋਲਦੇ, ਉਹ ਕਿਸੇ ਨੂੰ ਮਾੜਾ ਨਹੀਂ ਬੋਲਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਬੋਲਾਂਗੇ ਤਾਂ ਸਾਡਾ ਹੀ ਨੁਕਸਾਨ ਹੋਣਾ ਇਹਦੇ ਵਿੱਚ, ਵੀ ਸਾਡਾ ਹੀ ਮਨ ਤੇ ਤਨ ਫਿੱਕਾ ਹੋ ਜਾਣਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹਦੇ ਵਿੱਚ ਫਿਰ ਜਦੋਂ ਸਾਨੂੰ ਸਜ਼ਾ ਮਿਲਦੀ, ਦੋਸ਼ ਕਿਸੇ ਹੋਰ ਦਾ ਨਹੀਂ ਮੰਨਿਆ ਜਾਂਦਾ, ਸਾਡੇ ਮਨ ਦਾ ਹੀ ਦੋਸ਼ ਹੁੰਦਾ, ਸਾਡਾ ਆਪਣਾ ਦੋਸ਼। ਇਉਂ ਸਤਿਗੁਰੂ ਕਹਿੰਦੇ ਦਾਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ। ਅਸੀਂ ਕਿਸੇ ਹੋਰ ਨੂੰ ਤਾਂ ਦੋਸ਼ ਦੇ ਹੀ ਨਹੀਂ ਸਕਦੇ ਵੀ ਇਹਦਾ ਦੋਸ਼ ਹੈ ਜੀ, ਇਹਦੇ ਕਰਕੇ ਸਾਨੂੰ ਬਈ ਸਜ਼ਾ ਮਿਲੀ, ਜਾਂ ਇਹਦੇ ਕਰਕੇ ਅਸੀਂ ਸਿਮਰ ਨਹੀਂ ਕੀਤੀ। ਮਾਰੇ ਕਹਿੰਦੇ ਹੋਰ ਨਹੀਂ ਕਿਸੇ ਦਾ ਦੋਸ਼ ਮੰਨਿਆ ਜਾਣਾ, ਦੋਸ਼ ਤੇਰਾ ਆਪਦਾ ਮੰਨਿਆ ਜਾਣਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਆਪਦਾ ਜਿਹੜਾ ਕਰਮ ਹੈ ਉਹ ਨਾ ਭੁੱਲੋ, ਤੁਸੀਂ ਸਿਮਰਨ ਕਰਦੇ ਰਹੋ ਜਿਸ ਮਕਸਦ ਵਾਸਤੇ ਸੰਸਾਰ 'ਚ ਆਏ ਹੋ। ਜਿਹੜੇ ਦਮ ਜਿਹੜੇ ਸਵਾਸ ਨਾਲ ਅਸੀਂ ਵਾਹਿਗੁਰੂ ਨਹੀਂ ਕਹਿੰਦੇ, ਸਾਨੂੰ ਪਰਮਾਤਮਾ ਦੀ ਯਾਦ ਨਹੀਂ ਆਉਂਦੀ, ਉਹ ਸਾਡਾ ਸਵਾਸ ਵਿਅਰਥ ਚਲਾ ਜਾਂਦਾ। ਮਾਰੇ ਫਰਮਾਉਂਦੇ ਜੋ ਦਮ ਚਿੱਤ ਨਾ ਆਵਈ, ਸੋ ਦਮ ਵਿਰਥਾ ਜਾਈ। ਬਈ ਜਿਹੜੇ ਦਮ ਜਿਹੜੇ ਸਵਾਸ ਨਾਲ ਅਸੀਂ ਮਾਲਕ ਨੂੰ ਨਹੀਂ ਯਾਦ ਕੀਤਾ, ਉਹ ਸਾਡਾ ਵਿਅਰਥ ਚਲਾ ਗਿਆ। ਤੇ ਆਪਾਂ ਨੂੰ ਕਹਿੰਦੇ ਵੀ ਇਹ ਸਵਾਸ ਇੰਨਾ ਕੀਮਤੀ ਹੈ, ਇਹਨਾਂ ਨੂੰ ਮਾਣਕ ਮੋਤੀ ਹੀਰੇ ਜਵਾਹਰਾਤ ਕਹਿੰਦੇ, ਇਸ ਲੋਕ ਦੇ ਵਿੱਚ ਇਹਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਆਪਾਂ ਸਾਰੇ ਸੰਸਾਰ ਦੀ ਧਨ ਦੌਲਤ ਇਕੱਠੀ ਕਰ ਲਈਏ, ਸਾਰੇ ਪਦਾਰਥ ਇਕੱਠੇ ਕਰ ਲਈਏ ਅਤੇ ਆਖੀਏ ਵੀ ਆਹ ਲੈ ਲਓ ਅਤੇ ਸਾਨੂੰ ਇੱਕ ਸਵਾਸ ਦੇ ਦਿਓ, ਇਹ ਨਹੀਂ ਮਿਲਦਾ। ਤਾਂ ਕਹਿੰਦੇ ਅਮੁੱਲ ਵਸਤੂ ਇਹ ਰਤਨ ਹੈ, ਇਹਨਾਂ ਰਤਨਾਂ ਨੂੰ ਵਿਅਰਥ ਨਾ ਖਰਾਬ ਕਰ, ਇਹਨਾਂ ਰਤਨਾਂ ਨੂੰ ਵੱਧ ਤੋਂ ਵੱਧ ਸੰਭਵ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰੋ। ਇਉਂ ਮਾਰੇ ਸਾਨੂੰ ਸਮਝਾਉਂਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ। ਜਿਹੜੇ ਗੁਰਮੁਖ ਉਹ ਦਮਾਂ ਨੂੰ ਵਿਅਰਥ ਨਹੀਂ ਜਾਣ ਦਿੰਦੇ, ਉਹਨਾਂ ਨੂੰ ਯੁਕਤੀ ਹੈ, ਉਹਨਾਂ ਕੋਲ ਤਰੀਕਾ ਹੈ ਦਮ ਜਮ੍ਹਾਂ ਕਰਾਉਣ 'ਚ। ਜ਼ਿਆਦਾ ਉਹ ਸਿਮਰਨ ਕਰੀ ਜਾਣਗੇ, ਜੇ ਸਿਮਰਨ ਨਹੀਂ ਵੀ ਕਰਦੇ ਤਾਂ ਮਾਲਕ ਨੂੰ ਦੇਖੀ ਜਾਂਦੇ, ਦੇਖ ਦੇਖ ਕੇ ਉਹਨਾਂ ਦੇ ਦਮ ਜਮ੍ਹਾਂ ਹੋ ਜਾਂਦੇ। ਜੇ ਉਹ ਮਾਲਕ ਨੂੰ ਦੇਖਣਾ ਬੰਦ ਕਰਦੇ, ਮਾਲਕ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦੇ, ਸੁਣ ਸੁਣ ਕੇ ਉਹਨਾਂ ਦੇ ਦਮ ਜਮ੍ਹਾਂ ਹੋ ਜਾਂਦੇ। ਜੇ ਉਹ ਸੁਣਦੇ ਵੀ ਨਹੀਂ ਤਾਂ ਉਹ ਮਾਲਕ ਦੀ ਉਸਤਤ ਕਰਦੇ, ਕਥ ਕਹਾਣੀ ਕਰਦੇ, ਕਥ ਕਹਾਣੀ ਕਰ ਕਰਕੇ ਉਹਨਾਂ ਦਾ ਧਨ ਜਮ੍ਹਾਂ ਹੋ ਜਾਂਦਾ, ਨਾਲ ਆਪਦਾ ਅਤੇ ਨਾਲ ਸਾਰੇ ਗੁਰਮੁਖਾਂ ਦਾ ਵੀ ਕਰਾ ਦਿੰਦੇ। ਇਸ ਵਾਸਤੇ ਉਹ ਫਿਰ ਆਪਦੇ ਧਨ ਸਵਾਸਾਂ ਨੂੰ ਸਾਂਭ ਲੈਂਦੇ, ਉਹ ਵਿਅਰਥ ਨਹੀਂ ਜਾਣ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਭੇਤ ਹੈ, ਉਹਨਾਂ ਨੂੰ ਗਿਆਨ ਹੈ, ਉਹ ਅਗਿਆਨੀ ਨਹੀਂ ਹੈ। ਇਸ ਵਾਸਤੇ ਸਤਿਗੁਰੂ ਆਪਾਂ ਨੂੰ ਫਿਰ ਗਿਆਨ ਦਿੰਦੇ ਵੀ ਤੁਸੀਂ ਵੀ ਇਹਨਾਂ ਦਮਾਂ ਨੂੰ ਸੰਭਾਲੋ, ਸਵਾਸਾਂ ਨੂੰ ਸੰਭਾਲੋ, ਇਹਨਾਂ ਨੂੰ ਵਿਅਰਥ ਨਾ ਜਾਣ ਦਿਓ। ਜਿਹੜੇ ਦਿਨ ਸਾਨੂੰ ਮਾਲਕ ਚਿੱਤ ਆਉਂਦਾ, ਜਿਹੜਾ ਸਮਾਂ ਅਸੀਂ ਸਿਮਰਨ ਕਰਦੇ, ਉਹੀਓ ਸਾਡੇ ਵਾਸਤੇ ਭਲਾ, ਉਹੀਓ ਦਿਨ ਭਲਾ, ਉਹੀਓ ਰੁੱਤ ਭਲੀ, ਉਹੀਓ ਸਮਾਂ ਭਲਾ। ਜਿਹੜੇ ਸਮੇਂ ਸਾਨੂੰ ਪਰਮਾਤਮਾ ਭੁੱਲਿਆ ਹੋਇਆ ਅਸੀਂ ਸਿਮਰਨ ਨਹੀਂ ਕਰਦੇ, ਉਹ ਦਿਨ ਵੀ ਮਾੜਾ, ਉਹ ਰੁੱਤ ਵੀ ਮਾੜੀ, ਉਹ ਸਮਾਂ ਵੀ ਮਾੜਾ, ਸਾਰੇ ਹੀ। ਇਸ ਵਾਸਤੇ ਗੁਰਮੁਖਾਂ ਵਾਸਤੇ ਸਾਰਾ ਸਮਾਂ ਹੀ ਭਲਾ ਹੈ। ਤਾਈਓ ਆ ਦਿਨਾਂ ਦੇ ਵਿੱਚ ਉਹ ਕਈ ਜੀਵ ਕੱਲ੍ਹ ਗੁਰਮੁਖ ਪੁੱਛਦੇ ਸੀ ਵੀ ਆਹ ਦਿਨਾਂ ਦਾ ਦੱਸੋ ਜੀ, ਬਈ ਸਾਡੇ ਪਰਿਵਾਰ ਦੇ ਮੈਂਬਰ ਦਿਨਾਂ ਦਾ ਬੜਾ ਵਹਿਮ ਕਰਦੇ, ਆਹ ਦਿਨ ਮਾੜਾ ਜੀ, ਆਹ ਦਿਨ ਚੰਗਾ, ਆਹ ਦਿਨ ਆਹ ਕੰਮ ਕਰਨਾ, ਆਹ ਦਿਨ ਆਹ ਕੰਮ ਨਹੀਂ ਕਰਨਾ।
ਇਹ ਸਾਰਾ ਗਿਆਨਤਾ ਦੇ ਵਿੱਚ ਜਦੋਂ ਅਸੀਂ ਸਿਮਰਨ ਕਰਾਂਗੇ ਸਾਡੇ ਲਈ ਸਾਰੇ ਦਿਨ ਹੀ ਭਲੇ, ਸਾਰੇ ਰੁੱਤਾਂ ਹੀ ਚੰਗੀਆਂ। ਜਿਹੜਾ ਸਿਮਰਨ ਨਹੀਂ ਕਰਦਾ ਉਹਦੇ ਲਈ, ਉਹ ਜਿਹੜਾ ਕਹਿੰਦਾ ਵੀ ਦਿਨ ਆ ਵਧੀਆ, ਉਹਦੇ ਲਈ ਉਹ ਦਿਨ ਵੀ ਨਹੀਂ ਵਧੀਆ ਹੈ। ਉਹ ਤੁਹਾਨੂੰ ਭਰਮ ਪਿਆ ਹੋਇਆ, ਉਹ ਤਾਂ ਕਹਿੰਦਾ ਵੀ ਆਹ ਦਿਨ ਚੰਗਾ, ਆਹ ਦਿਨ ਮਾੜਾ, ਆਹ ਦਿਨ ਆਹ ਕੰਮ ਕਰ ਲਓ, ਇਹ ਦਿਨ ਚੰਗਾ ਹੈ। ਸਤਿਗੁਰੂ ਕਹਿੰਦੇ ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭਾਵੀ ਚਿੱਤ, ਜਿਸ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਸਤਿਗੁਰ ਦਾ ਫਟਕਾਰ ਪਾਉਂਦੇ, ਕਹਿੰਦੇ ਲਾਹਨਤ ਹੈ ਐਸੇ ਦਿਨ, ਐਸੀ ਰੁੱਤ 'ਤੇ ਵੀ ਜੇ ਸਾਨੂੰ ਪਰਮਾਤਮਾ ਹੀ ਭੁੱਲਿਆ, ਜੇ ਅਸੀਂ ਉਹਦਾ ਸਿਮਰਨ ਹੀ ਨਹੀਂ ਕਰਦੇ, ਉਹ ਦਿਨ ਵੀ ਮਾੜਾ ਅਤੇ ਉਹ ਰੁੱਤ ਵੀ ਮਾੜੀ। ਅਤੇ ਜੇ ਅਸੀਂ ਪਰਮਾਤਮਾ ਦਾ ਸਿਮਰਨ ਕਰ ਰਹੇ ਹਾਂ, ਉਹਦੀ ਯਾਦ ਦੇ ਵਿੱਚ ਬੈਠੇ ਹਾਂ, ਅਤੇ ਉਹ ਦਿਨ ਭਲਾ, ਉਹ ਰੁੱਤ ਵੀ ਭਲੀ, ਸਾਰਾ ਕੁਛ ਹੀ ਭਲਾ ਹੀ ਭਲਾ। ਫਿਰ ਇਸ ਵਾਸਤੇ ਸਤਿਗੁਰੂ ਕਹਿੰਦੇ ਸ਼ਗਨ ਅਪਸ਼ਗਨ, ਵਹਿਮ ਭਰਮ ਜਿਹੜੇ ਲੋਕ ਕਰਦੇ ਉਹਨਾਂ ਨੂੰ ਲੱਗਦੇ ਜਿਹੜੇ ਨਾਮ ਦੇ ਨਾਲ ਨਹੀਂ ਜੁੜਦੇ। ਸਤਿਗੁਰੂ ਕਹਿੰਦੇ ਸ਼ਗਨ ਅਪਸ਼ਗਨ ਤਿੰਨ ਕੋ ਲਗੇ, ਹਰ ਨਾਉ ਨਾ ਜਿਨ੍ਹਾਂ ਪਾਸ। ਜਿਹੜੇ ਉਹਨਾਂ ਨੂੰ ਨਾਮ ਦਾ ਭੇਤ ਨਹੀਂ, ਉਹ ਕਹਿੰਦੇ ਵੀ ਆਹ ਸਮਾਂ ਹੁਣ ਠੀਕ ਨਹੀਂ ਹੈ ਜੀ। ਉਹ ਫਿਰ ਇਹਨਾਂ ਦਿਨਾਂ ਤਰੀਕਾਂ ਦੇ ਵਿੱਚ ਆ ਗਈ ਇੱਕ ਹੋਰ ਚੱਲਿਆ ਰਾਸ਼ੀ ਫਲ, ਉਹ ਰਾਸ਼ੀਆਂ ਦੇਖਦੇ ਫਿਰਨਗੇ ਵੀ ਸਾਡੀ ਆਹ ਰਾਸ਼ੀ ਹੈ ਜੀ, ਵੀ ਸਾਡੇ ਵਾਸਤੇ ਸਮਾਂ ਕਿੱਦਾਂ ਦਾ ਹੁਣ। ਉਹ ਤਾਂ ਹੈ ਜਦੋਂ ਅਸੀਂ ਸਿਮਰਨ ਨਹੀਂ ਕਰਾਂਗੇ। ਜਦੋਂ ਅਸੀਂ ਸਿਮਰਨ ਕਰ ਲਏ ਸਾਨੂੰ ਪਤਾ ਲੱਗ ਜਾਂਦਾ ਇਹ ਸਾਰਾ ਕੁਛ ਵਹਿਮ ਭਰਮ ਨੇ, ਵਿਚਾਰਾਂ 'ਚ ਭਰਮ ਦੇ ਵਿੱਚ। ਗੁਰਮੁਖਾਂ ਨੂੰ ਇਹ ਭਰਮ ਨਹੀਂ ਲੱਗਦਾ, ਇਹ ਤੋਂ ਉੱਪਰ ਉੱਠ ਜਾਂਦੀ। ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਜਦੋਂ ਆਪਾਂ ਇਹ ਅਭਿਆਸ ਕਰਾਂਗੇ, ਸਿਮਰਨ ਕਰਾਂਗੇ, ਅਤੇ ਅਸੀਂ ਇਹਨਾਂ ਵਹਿਮਾਂ ਭਰਮਾਂ ਤੋਂ ਉੱਪਰ ਚਲੇ ਜਾਵਾਂਗੇ। ਇਹ ਵਹਿਮਾਂ ਭਰਮਾਂ ਤੋਂ ਹੀ ਤਾਂ ਸਤਿਗੁਰੂ ਸਾਨੂੰ ਉੱਪਰ ਉਠਾਉਂਦੇ। ਇਹ ਜਿਹੜੇ ਸਾਨੂੰ ਭਰਮ ਪਏ ਨੇ, ਭਰਮ ਕੇ ਪੜਦੇ ਸਤਿਗੁਰੂ ਖੋਲ੍ਹੇ, ਸਾਡੇ ਭਰਮ ਦੇ ਪੜਦੇ ਚੱਕਦੇ। ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਇਹ ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ ਸਾਡਾ ਮਨ ਜਦੋਂ ਅਸੀਂ ਸਿਮਰਨ ਨਹੀਂ ਕਰਦੇ, ਇਹ ਨਿਰਬਲ ਹੋਇਆ ਹੁੰਦਾ, ਇਹਦੇ ਵਿੱਚ ਕੋਈ ਬਲ ਨਹੀਂ ਹੁੰਦਾ। ਜਿਹੜੇ ਨਿੱਕੀ ਨਿੱਕੀ ਗੱਲ 'ਤੇ ਵਹਿਮ ਕਰਦਾ, ਕੋਈ ਕੰਮ ਕਰ ਲੈ, ਪੌਣ ਆ ਗਈ ਜੀ, ਪੌਣ ਕੀ ਬਈ ਹਜੇ ਪੌਣੇ ਇੰਨੇ ਵਜੇ ਨੇ ਜੀ, ਹਜੇ ਨਹੀਂ ਘਰੋਂ ਜਾਣਾ। ਉਹ ਕੀ ਇਹ ਮਤਲਬ ਬਈ ਉਹ ਮਨ ਇੰਨਾ ਵਹਿਮੀ ਹੋਇਆ ਹੋਇਆ, ਇੰਨਾ ਕਮਜ਼ੋਰ ਹੋਇਆ ਹੋਇਆ, ਉਹ ਨਿੱਕੀ ਨਿੱਕੀ ਗੱਲ 'ਤੇ ਵਹਿਮ ਕਰੀ ਜਾਂਦਾ, ਉਹੀ ਡਰੀ ਜਾਂਦਾ ਵੀ ਪਤਾ ਨਹੀਂ ਕੀ ਹੋ ਜਾਣਾ। ਅਤੇ ਜਦੋਂ ਆਪਾਂ ਸਿਮਰਨ ਕਰਦੇ ਸਾਨੂੰ ਪਤਾ ਮਾਲਕ ਸਾਡੇ ਅੰਗ ਸੰਗ, ਅਸੀਂ ਜਿੱਥੇ ਵੀ ਜਾਵਾਂਗੇ ਪਰਮਾਤਮਾ ਦੇ ਵਿੱਚ ਹੀ ਤਾਂ ਹੈਗੇ। ਅਤੇ ਸਾਨੂੰ ਭਰਮ ਕਰਨ ਦੀ ਕੀ ਲੋੜ ਹੈ, ਸਾਨੂੰ ਵਹਿਮ ਕਰਨ ਦੀ ਕੀ ਲੋੜ ਹੈ। ਇਸ ਵਾਸਤੇ ਮਨਮੁਖ ਦੀ ਤਾਂ ਸਾਰੀ ਉਮਰ ਹੀ ਇਹਨਾਂ ਵਹਿਮਾਂ ਭਰਮਾਂ 'ਚ ਹੀ ਨਿਕਲ ਜਾਂਦੀ। ਅਤੇ ਜਿਹੜੇ ਗੁਰਮੁਖ ਸਿਮਰਨ ਕਰਦੇ ਉਹ ਇਹਨਾਂ ਤੋਂ ਉੱਪਰ ਉੱਠ ਜਾਂਦੇ, ਉਹ ਆਪਦੇ ਘਰ ਚਲੇ ਜਾਂਦੇ, ਉਹ ਸੁੱਖ ਲੈਂਦੇ ਮਾਲਕ ਦਾ ਸਿਮਰਨ ਕਰ ਕਰਕੇ। ਤਾਈਓ ਹੁਣ ਆਪਾਂ ਨੂੰ ਸਮਝਾਉਂਦੇ ਵੀ ਜਿਨ੍ਹਾਂ ਨੇ ਵੀ ਸੁੱਖ ਦੀ ਪ੍ਰਾਪਤੀ ਕੀਤੀ, ਉਹਨਾਂ ਗੁਰਮੁਖਾਂ ਨੇ ਫਿਰ ਸਿਮਰਨ ਕੀਤਾ ਅਤੇ ਆਪਾਂ ਨੂੰ ਕਹਿੰਦੇ ਵੀ ਫਿਰ ਅਸੀਂ ਸੁਖੀ ਹੋਏ ਹਾਂ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਬਈ ਗੁਰੂ ਗੁਰੂ 'ਤੇ ਆ ਕੇ ਸਿਮਰਨ ਕਰਕੇ ਸਾਡਾ ਮਨ ਸੀ ਜਿਹੜਾ ਸਦਾ ਲਈ ਸੁਖੀ ਹੋ ਗਿਆ। ਇਹ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਸੁਖੀ ਹੋਵੋ, ਤੁਸੀਂ ਵੀ ਸਿਮਰਨ ਕਰੋ। ਇਹ ਵਹਿਮ ਭਰਮ ਕਰਕੇ ਕੋਈ ਸੁਖੀ ਨਹੀਂ ਹੋ ਸਕਦਾ, ਸਿਮਰਨ ਕਰਕੇ ਹੋ ਸਕਦੇ। ਹੁਣ ਜੀਵ ਜਿਹੜਾ ਸਿਮਰਨ ਕਰਦਾ ਨਹੀਂ, ਉਹ ਵਹਿਮ ਭਰਮ ਜਿੰਨੇ ਮਰਜ਼ੀ ਕਰੀ ਜਾਵੇ, ਉਹ ਆ ਕੇ ਮੈਨੂੰ ਸੁੱਖ ਮਿਲੂ, ਉਹਨੂੰ ਸੁੱਖ ਥੋੜ੍ਹੀ ਮਿਲਣਾ। ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਸੁਖੀ ਹੋਣ ਵਾਸਤੇ ਇਹ ਸਿਮਰਨ ਅਭਿਆਸ ਹੈ। ਜਿਉਂ ਜਿਉਂ ਅਸੀਂ ਅਭਿਆਸ ਕਰਾਂਗੇ ਸਾਡਾ ਮਨ ਅੰਤਰਮੁਖੀ ਹੋਏਗਾ ਅਤੇ ਅਸੀਂ ਸੁਖੀ ਹੁੰਦੇ ਜਾਵਾਂਗੇ। ਹੁਣ ਕਿਵੇਂ ਅਸੀਂ ਸੁਖੀ ਹੋਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਸ ਵਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ, ਇਹ ਹੁਣ ਆਪਾਂ ਬਹਿੰਦੇ ਉੱਠਦੇ ਕੰਮ ਕਾਰ ਕਰਦੇ ਚੱਲਦੇ ਫਿਰਦੇ ਇਹ ਆਪਾਂ ਸਿਮਰਨ ਅਭਿਆਸ ਕਰਨਾ ਹੁੰਦਾ ਹੈ। ਸਤਿਗੁਰੂ ਫਰਮਾਉਂਦੇ ਚਲਤ ਵੈਸਤ ਸੋਭਤ ਜਾਗਤ ਗੁਰ ਮੰਤਰ ਰਿਧੀ ਚਿਤਾਰ। ਵੀ ਚੱਲਦੇ ਫਿਰਦੇ ਸੌਂਦੇ ਜਾਗਦੇ ਬਹਿੰਦੇ ਉੱਠਦੇ ਇਹ ਗੁਰ ਮੰਤਰ ਨੂੰ ਦ੍ਰਿੜ ਕਰੋ ਤਾਂ ਕਿ ਸਾਡੇ ਹਿਰਦੇ ਵਿੱਚ ਵਸ ਜੀ। ਇਹ ਗੁਰ ਮੰਤਰ ਸਾਨੂੰ ਦ੍ਰਿੜ ਹੋ ਜੀ। ਜੇ ਸਾਨੂੰ ਗੁਰ ਮੰਤਰ ਦ੍ਰਿੜ ਹੋ ਗਿਆ ਸਾਨੂੰ ਪਰਮਾਤਮਾ ਭੁੱਲਣਾ ਨਹੀਂ। ਸਤਿਗੁਰੂ ਕਹਿੰਦੇ ਗੁਰ ਕਾ ਸ਼ਬਦ ਮਨ ਵਸੇ ਤਾਂ ਹਰ ਵਿਸਰ ਨਾ ਜਾਈ। ਫਿਰ ਨਹੀਂ ਮਾਲਕ ਭੁੱਲਦਾ ਜਦੋਂ ਹਿਰਦੇ 'ਚ ਵਸ ਗਿਆ। ਹਿਰਦੇ 'ਚ ਵਸਾਉਣ ਵਾਸਤੇ ਹੁਣ ਇਹ ਆਪਾਂ ਨੂੰ ਦ੍ਰਿੜ ਕਰਨਾ ਪੈਂਦਾ। ਇਹ ਹੁਣ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਖੋਜਣਾ ਤਾਂ ਕਿ ਆਪਣਾ ਮਨ ਸਾਡੀ ਸੁਰਤੀ ਪਾਸੇ ਨਾ ਜਾਵੇ, ਸਾਨੂੰ ਸਮਝ ਲੱਗੇ ਸਤਿਗੁਰੂ ਕੀ ਉਪਦੇਸ਼ ਕਰ ਰਹੇ ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰ। ਜਿੰਨੀ ਆਪਾਂ ਸੰਗਤ ਕਰਾਂਗੇ ਉਨਾ ਹੀ ਸਾਨੂੰ ਲਾਹਾ ਹੀ ਸਾਡਾ ਧਨ ਸਵਾਸਾਂ ਦਾ ਜਮ੍ਹਾਂ ਹੁੰਦਾ ਹੈ। ਇਹਨੂੰ ਕਹਿੰਦੇ ਵਣਜ ਕਰਨਾ, ਵਪਾਰ ਕਰ। ਜਦੋਂ ਇੱਕ ਗੁਰਮੁਖ ਆਪਾਂ ਵਿਚਾਰ ਕਰਦੇ ਹਾਂ, ਬਾਕੀ ਧਿਆਨ ਨਾਲ ਸੁਣਦੇ ਹਾਂ, ਇਹ ਵਪਾਰ ਹੋ ਰਿਹਾ, ਵਣਜ ਹੋ ਰਿਹਾ। ਇਹਨੂੰ ਮਹਾਰਾਜ ਕਹਿੰਦੇ ਵਣਜ ਕਰੋ ਵਣਜਾਰੇ ਹੋ ਵੱਖਰ ਲਿਓ ਸੰਭਾਲ। ਵੀ ਇਹ ਜਿਹੜੇ ਸਾਡੇ ਸਵਾਸ ਵੱਖਰ ਨੇ ਇਹਨਾਂ ਸਵਾਸਾਂ ਨੂੰ ਸੰਭਾਲਣਾ। ਇਹ ਸਾਡੇ ਫਿਰ ਸਾਰਾ ਜਿਹੜਾ ਸਮਾਂ ਇਹ ਨਿਰਗੁਣ ਦੇ ਖਜ਼ਾਨੇ 'ਚ ਸਾਡਾ ਧਨ ਜਮ੍ਹਾਂ ਹੋ ਜਾਂਦਾ। ਤੇਰੇ ਧਨ ਦੇ ਬਦਲੇ ਹੀ ਸਾਨੂੰ ਨਾਮ ਧਨ ਦੀ ਪ੍ਰਾਪਤੀ ਹੋਣੀ। ਸਾਡੇ ਜੋ ਮਨ ਦੀ ਖੁਰਾਕ ਅੰਮ੍ਰਿਤ ਰਸ ਸਾਨੂੰ ਉਹ ਭੋਜਨ ਮਿਲਣਾ ਜਦੋਂ ਅਸੀਂ ਇਹ ਧਨ ਵੱਧ ਤੋਂ ਵੱਧ ਜਮ੍ਹਾਂ ਕਰਾਵਾਂਗੇ। ਔਰ ਇਸ ਵਾਸਤੇ ਆਪਾਂ ਵੱਧ ਤੋਂ ਵੱਧ ਸਤ ਸੰਗਤ ਕਰਨੀ ਹੁੰਦੀ ਵੀ ਸਾਡਾ ਧਨ ਵੱਧ ਤੋਂ ਵੱਧ ਜਮ੍ਹਾਂ ਹੋ ਜੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਜੋ ਸਤਿਗੁਰੂ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੀ ਆਪਾਂ ਨੂੰ ਬੜਾ ਸੌਖਾ ਕਰਕੇ ਸਮਝਾਇਆ। ਉਸੇ ਗਿਆਨ ਨੂੰ ਆਪਾਂ ਨਿੱਤ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਵੀ ਹਿਰਦੇ 'ਚ ਵਸ ਜੇ, ਮਨ 'ਚ ਵਸ ਜੇ, ਆਪਾਂ ਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ। ਇਹ ਆਪਾਂ ਆਪਦੇ ਜੀਵਨ ਦਾ ਇੱਥੋਂ ਲਾਹਾ ਖੱਟ ਕੇ ਜਾਈਏ। ਇਹ ਸਭ ਤੋਂ ਵੱਡਾ ਪਰਉਪਕਾਰ, ਸਭ ਤੋਂ ਵੱਡਾ ਦਾਨ ਹੈ। ਕਿਸੇ ਜੀਵ ਨੂੰ ਸਿਮਰਨ 'ਤੇ ਲਾਉਣਾ, ਕਿਸੇ ਨੂੰ ਸਤ ਸੰਗਤ ਕਰਾਉਣੀ, ਇਹ ਤੋਂ ਵੱਡਾ ਹੋਰ ਸੰਸਾਰ 'ਚ ਕੋਈ ਦਾਨ ਨਹੀਂ ਹੈ। ਇਹ ਤੋਂ ਵੱਡਾ ਹੋਰ ਕੋਈ ਪਰਉਪਕਾਰ। ਆਪਣੇ ਆਖੇ 'ਤੇ ਇੱਕ ਵੀ ਜੀਵ ਸਿਮਰਨ ਕਰਨ ਲੱਗ ਗਏ ਆ ਅਤੇ ਸਮਝ ਲਓ ਆਪਾਂ ਆਪਦੇ ਜੀਵਨ ਦਾ ਲਾਹਾ ਖੱਟ ਲਿਆ। ਇਹ ਦਇਆ ਕੀਤੀ ਹੋਈ ਮਨ ਦੇ ਉੱਤੇ ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ। ਇਹਨੂੰ ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਵੀ ਤੁਸੀਂ ਉਹ ਜੀਵ 'ਤੇ ਦਇਆ ਕੀਤੀ, ਤੁਸੀਂ ਉਹਨੂੰ ਦਾਨ ਦਿੱਤਾ ਅਤੇ ਇਹ ਦਾਨ ਫਿਰ ਆਪਾਂ ਵੀ ਕਰਨਾ, ਆਪਾਂ ਵੀ ਅੱਗੇ ਦਾਨੀ ਬਣਨਾ। ਜਿੰਨੀ ਕੁ ਆਪਾਂ ਨੂੰ ਸਮਝ ਲੱਗਦੀ ਹੈ ਉਹਨਾਂ ਕੁ ਅੱਗੇ ਦੱਸਿਆ ਕਰੋ ਆਪਣੇ ਪਰਿਵਾਰਾਂ 'ਚ, ਹੋਰ ਜਿਨ੍ਹਾਂ ਕੋਲ ਆਪਾਂ ਬਹਿੰਦੇ ਉੱਠਦੇ ਹਾਂ।
ਵੀ ਤਾਂ ਕਿ ਉਹ ਵੀ ਸਿਮਰਨ ਕਰਨ ਲੱਗਣ, ਉਹ ਵੀ ਸੰਗਤ ਕਰਨ, ਉਹਨਾਂ ਦੇ ਵੀ ਮਨਾਂ ਨੂੰ ਸ਼ਾਂਤੀ ਆਵੇ, ਉਹਨਾਂ ਦੇ ਵੀ ਦੁੱਖ ਖਤਮ ਹੋ ਜਾਣ, ਉਹਨਾਂ ਦਾ ਵੀ ਕਲਾ ਕਲੇਸ਼ ਮਿਟ ਜੇ। ਇਹ ਫਿਰ ਦਾਨ ਹੈ ਪਰਉਪਕਾਰ। ਇਹ ਫਿਰ ਜਦੋਂ ਆਪਾਂ ਬਹਿੰਦੇ ਉੱਠਦੇ, ਇਹ ਸ਼ਬਦ ਦੀ ਵਿਚਾਰ ਜਿੰਨੀ ਕੁ ਆਪਾਂ ਨੂੰ ਸਮਝ ਲੱਗਦੀ ਕਰਿਆ ਕਰੋ। ਲੋਕ ਲੱਜਾ ਨਹੀਂ ਕਰਨੀ। ਲੋਕ ਲੱਜਾ 'ਚ ਆ ਕੇ ਜੀਵ ਇਹ ਵਿਚਾਰ ਨਹੀਂ ਕਰ ਵੀ ਮੈਨੂੰ ਲੋਕ ਕੀ ਕਹਿਣਗੇ, ਇਹ ਕਹਿਣਗੇ ਤਾਂ ਬੜਾ ਵੱਡਾ ਭਗਤ ਬਣ ਗਿਆ ਸ਼ਾਇਦ। ਇਹਨੂੰ ਲੋਕ ਲੱਜਾ ਕਹਿੰਦੇ। ਇਹ ਲੋਕ ਲੱਜਾ ਤੋਂ ਅਸੀਂ ਉੱਪਰ ਉੱਠਣਾ। ਜਦੋਂ ਕਿਸੇ ਦੀ ਨਿੰਦਿਆ ਕਰਨ ਲੱਗਾ ਜੀਵ, ਉਹਨੂੰ ਨਹੀਂ ਲਾਜ ਆਉਂਦੀ। ਕਿਸੇ ਦੀ ਬੁਰਾਈ ਕਰਨ ਲੱਗਿਆ ਉਹ ਤਾਂ ਲਾਜ ਕਰਦਾ ਨਹੀਂ ਵੀ ਮੈਂ ਕਿਸੇ ਦੀ ਨਿੰਦਿਆ ਕਰ ਰਿਹਾ, ਕਿਸੇ ਨੂੰ ਬੁਰਾ ਕਹਿ ਰਿਹਾ। ਅਤੇ ਆਪਾਂ ਤਾਂ ਮਾਲਕ ਦੇ ਗੁਣ ਗਾਉਣੇ ਆ, ਆਪਾਂ ਤਾਂ ਗੁਰੂ ਦੀ ਵਿਚਾਰ ਕਰਨੀ, ਅਤੇ ਫਿਰ ਸਾਨੂੰ ਕਾਹਦੀ ਲਾਜ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਤੋਂ ਅਸੀਂ ਉੱਪਰ ਉੱਠ ਕੇ ਲੋਕ ਲੱਜਾ ਤੋਂ ਸਿਮਰਨ ਕਰਨਾ, ਸ਼ਬਦ ਦੀ ਵਿਚਾਰ ਕਰਨੀ, ਅਤੇ ਜਿੰਨਾ ਕੁ ਸਾਨੂੰ ਸਮਝ ਲੱਗਦੀ ਉਹਨਾਂ ਕੁ ਅੱਗੇ ਦੱਸਣਾ। ਸੋ ਇੰਨੀ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਜੇ